ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। एक SIT ਬਣੀ ਸੀ ਕਿ ਕੋਟਪੁਰਾ ਗੋਲੀकांड ਦੇ ਮਾਮਲੇ ਵਿੱਚ ਉਸਨੇ ਆਪਣੀ ਚਾਰਜਸ਼ੀਟ ਦਾਖਲ ਕੀਤੀ। ਮਾਮਲਾ ਫਰੀਦਕੋਟ ਸੈਸ਼ਨ ਕੋਰਟ ਵਿੱਚ ਹੈ। ਉੱਥੇ ਅਗਾਊਂ ਜ਼ਮਾਨਤ ਦੀ ਅਰਜੀ ਪਾ ਦਿੱਤੀ ਗਈ ਤੇ ਅਗਾਊਂ ਜ਼ਮਾਨਤ ਦੀ ਅਰਜੀ ਦੇ ਵਿੱਚ ਸਭ ਤੋਂ ਵੱਡੇ ਨਾਮ ਹੈ ਦੋ ਨਾਮ, ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ। तो साबका मुख मंत्री हरां राहत मिल गई है, सुखबीर सिंह बादल को राहत नहीं मिली। विरोधियों ने रौला पाता हुण तो सुखबीर बादल गिरफ्तार हो जाएंगे, जेल जाना तय हैगा। इस तो पहला क्यों नहीं गए? हुण जिहड़ी सरकार कहती है असी वो कार्रवाइयां कर रहे हैं जिहड़ियां इस तो पहला नहीं कीतियां सीगियां, पिछलियां सरकारां नूं मिली भुगत वाली करार देता। इहो जिहे सवाल साडे सामने है तो असी यही पुछांगे कि बच जाणगे बादल। वकील साहब की कह रहे हैं तो सियासत की कह रही है, पहले सुन लीजिए। तो सरदार सुखबीर सिंह बादल की जी बेल हैगी है, अंतरिम जमानत जी एंटीसिपेटरी बेल साड़ी लाई सी, वो मानयोग एडिशनल सैशन जज साहब ने डिकलाइन की है। ये असी अजे सरदार सुखबीर सिंह बादल के बारे असी डिसाइड कर रहे हैं कि असी अगे फर्दर की करना है। असी अगे जो भी वह कानूनी होगा उसी परसू करांगे। ਵੱਡੇ ਬਾਦਲ ਸਾਹਿਬ ਦੀ ਉਮਰ ਦੇ ਲਿਹਾਜ਼ ਨੂੰ ਦੇਖਦੇ ਹੋਏ ਸ਼ਾਇਦ ਕੋਰਟ ਨੇ ਫੈਸਲਾ ਲਿਆ ਹੋਵੇ। ਬਾਕੀ ਜੇ ਸੁਖਬੀਰ ਬਾਦਲ ਹੋਣਾ ਦੀ ਜਾਂ ਬਾਕੀਆਂ ਦੀ ਜ਼ਮਾਨਤ ਰੱਦ ਕੀਤੀ ਹੈ ਤੇ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਕੋਰਟ ਇਹ ਕੰਸੀਡਰ ਕਰਦੀ ਹੈ ਕਿ ਉਹ ਗਿਲਟੀ ਸੀਗੇ। ਸੋ ਇਸ ਕਰਕੇ ਬਾਕੀ ਡਿਟੇਲਸ ਨੇ ਜਿਹੜੀਆਂ ਉਹ ਇੱਕ ਵਾਰ ਆਰਡਰ ਪੜ੍ਹ ਕੇ ਪਤਾ ਲੱਗੇਗਾ ਜੀ। ਸਾਨੂੰ ਦੇਸ਼ ਦੇ ਨਿਆਂਪਾਲਿਕਾ ਦੇ ਅੰਦਰ ਭਰੋਸਾ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਇਹਦੇ ਤੇ ਟਿੱਪਣੀ ਕਰਨਾ ਸਾਡਾ ਬਣਦਾ ਹੀ ਨਹੀਂ ਹੈ। ਨਾਲੇ ਦਾ ਜੋ ਵੀ ਫੈਸਲਾ ਆਏਗਾ ਸਭ ਨੂੰ ਮਨਜ਼ੂਰ ਕਰਨਾ ਚਾਹੀਦਾ। बड़ा सवाल असीं ये पूछ रहे हैं कि कोटपुरा गोलीकांड में बादलों की अगाऊ जमानत से सियासत क्यों तपी। जो पैनल साढ़े नाल तारुफ कराने उस तो बाद डिबेट ओपन हो जाएगी। इकबाल सिंह चन्नी भारतीय जनता पार्टी स्पोक्सपर्सन है, चन्नी साहब तुहाडा बहुत स्वागत है। परमवीर सिंह श्रोमणी अकाली दल स्पोक्सपर्सन है, परमवीर जी तुहाडा बहुत स्वागत है। नाल वकील भी ने जगमीत सिंह ढिल्लों कांग्रेस स्पोक्सपर्सन है, वकील है जगमीत सिंह ढिल्लों तुहाडा बहुत स्वागत है। रमन चांदी आम आदमी पार्टी स्पोक्सपर्सन है, इन्हां दी सरकार है सूबे दे विच, रमन चांदी तुहाडा बहुत स्वागत है। गुरिंदर सिंह मेहंदी रत्ता सीनियर जर्नलिस्ट ने, गुरिंदर सिंह मेहंदी रत्ता ने वो सब कुछ अखी देखिया, इस करके उन्होंने सद्या। मेहंदी रत्ता जी तुहाडा बहुत स्वागत है। सारे मेहमानों को तकीद करदा है कि सब जुडिस मैटर है तो कृपा करके उन्नी ही टिप्पणी की जाए जिन्नी वाजिब है। मेहंदी रत्ता जी पहला सवाल तुहानूं करना चाहूँगा। मेहंदी रत्ता जी इस पूरे मामले दे विच जिहड़ी सियासत कह रही है कि बादल हुण नहीं बचदे, तुसीं की सोच रहे हो? अदालत ने अगाऊं जमानत पटीशन मंजूर क्यों नहीं की? मेहंदी रत्ता जी मैनूं लगदा मेहंदी रत्ता जी तुहाडे तक मेरी आवाज़ नहीं जा रही। परमवीर जी हुण तुहाडे लई राह औखा हो गया? नहीं केपी जी कोई इदां दी गल नहीं है। देखो मानयोग हाई कोर्ट का आर्डर है, मैं ਉਹਦੇ ਤੇ ਕੋਈ किंतु परंतु ਜਾਂ ਟਿੱਪਣੀ नहीं कर सकता। बाकी जो ਸਾਡੇ ਕੋਲ ਰੈਮੇਡੀ ਅਵੇਲੇਬਲ ਹੈ ਐਸ ਪਰ ਲਾਅ ਅਸੀਂ ਉਹਨੂੰ ਜ਼ਰੂਰ ਅਵੇਲ ਕਰਾਂਗੇ, ਕਿਉਂਕਿ ਪਹਿਲਾਂ ਵੀ ਇੱਕ ਇਹ ਜੀ ਚਾਰਜ ਸ਼ੀਟ ਜਿਹੜਾ ਹੈਗਾ ਜੀ ਝੂਠ ਦਾ ਪਲੰਦਾ ਸੀ ਜਿਹੜਾ ਤਿਆਰ ਕਰਕੇ ਕੋਰਟਾਂ ਦੇ ਅੱਗੇ ਰੱਖਿਆ ਗਿਆ ਸੀ ਔਰ ਹਾਈ ਕੋਰਟ ਨੇ ਉਸ ਝੂਠ ਦੇ ਪਲੰਦੇ ਨੂੰ ਕਿਵੇਂ ਤਾਰ-ਤਾਰ ਕੀਤਾ ਸੀ ਉਹ ਵੀ ਪੰਜਾਬ ਨੂੰ ਪਤਾ ਹੈ। ਤੇ ਸੱਚਾਈ ਜਿਹੜੀ ਹੈਗੀ ਹੈ ਕਈ ਵਾਰੀ ਬੜੇ ਇਮਤਿਹਾਨਾਂ ਤੋਂ ਗੁਜ਼ਰਨਾ ਪੈਂਦਾ, ਸੱਚਾਈ ਸਾਬਤ ਤਾਂ ਹੋ ਹੀ ਜਾਂਦੀ ਹੈ ਤੇ ਕੋਈ ਐਸੀ ਗੱਲ ਨਹੀਂ। ਸਾਨੂੰ ਮਾਨਯੋਗ ਕੋਰਟਾਂ ਤੇ ਭਰੋਸਾ ਹੈ ਤੇ ਜੋ ਸਾਡੀ ਲੀਗਲ ਰੈਮੇਡੀ ਹੈ ਅਸੀਂ ਉਹ ਵੀ ਅਵੇਲ ਕਰਾਂਗੇ ਔਰ 23 ਤਰੀਕ ਨੂੰ ਮਾਰਚ ਨੂੰ ਜਿਹੜੇ ਸੰਮਨ ਹੈਗੇ ਅਸੀਂ ਉਹਦੇ ਤੇ ਵੀ ਜ਼ਰੂਰ ਪੇਸ਼ ਹੋਵਾਂਗੇ। ਤਾਂ ਕੋਈ ਐਸੀ ਹਲੇ ਗੱਲ ਨਹੀਂ ਹੈ। ਸਾਨੂੰ ਪੱਕਾ ਯਕੀਨ ਹੈ ਵੀ ਜੋ ਪਿਛਲੇ 5 ਸਾਲਾਂ ਤੋਂ ਕਾਂਗਰਸ ਨੇ ਕਰਦੀ ਆਈ ਹੈ ਇਹਦੇ ਤੇ ਰਾਜਨੀਤੀ, ਮੈਂ ਕਹਾਂਗਾ ਇੱਕ ਫੌਕੀ ਰਾਜਨੀਤੀ ਔਰ ਜੋ ਪੁਰਦਾ ਪਲੰਦਾ ਹੁਣ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਹੈ ਉਹਦਾ ਜਿਹੜਾ ਇਨਸਾਫ ਹੈ ਕੋਰਟਾਂ ਦੇ ਵਿੱਚ ਜ਼ਰੂਰ ਹੋਏਗਾ ਔਰ ਇਹ ਵੀ ਜਿਹੜਾ ਝੂਠ ਦਾ ਪਲੰਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਸਾਨੂੰ ਪੂਰਨ ਯਕੀਨ ਹੈ ਵੀ ਮਾਨਯੋਗ ਕੋਰਟ ਪੂਰੇ ਤੱਥਾਂ ਦੇ ਆਧਾਰ ਦੇ ਉੱਪਰ ਇਹਦੇ ਉੱਪਰ ਫੈਸਲਾ ਲੈਂਦੇ ਇਹਨੂੰ ਵੀ ਉਦਾਂ ਹੀ ਤਾਰ-ਤਾਰ ਕਰੂਗੀ ਜਿਵੇਂ ਪਹਿਲੀ ਜਿਹੜੀ ਰਿਪੋਰਟ ਸੀ ਜਿਹੜੀ ਸਿਆਸਤ ਤੋਂ ਪ੍ਰੇਰਿਤ ਸੀ ਜਿਵੇਂ ਉਹਨੂੰ ਪਹਿਲਾਂ ਕੀਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਾਂ ਨੂੰ ਰਾਹਤ ਕਿਸ ਬਿਨਾਂ ਤੇ ਮਿਲੀ ਹੈ ਇਸ ਬਾਰੇ ਦੱਸ ਸਕਦੇ ਹੋ ਪਰਮਵੀਰ ਸਿੰਘ? ਦੇਖੋ ਮੈਂ ਹਲੇ ਆਰਡਰ ਜਿਹੜਾ ਹੈਗਾ ਜੀ ਉਹ ਹਲੇ ਪ੍ਰੋਪਰ ਆਰਡਰ ਦੇ ਅਸੀਂ ਗੋ ਥਰੂ ਨਹੀਂ ਹੋਏ, ਬਟ ਦੇਖੋ ਇਹ ਜਿਹੜਾ ਇਹਨਾਂ ਨੇ ਚਲਾਨ ਪੇਸ਼ ਕੀਤਾ ਕਿਉਂਕਿ ਚਲਾਨ ਦੀ ਕਾਪੀ ਵੀ ਨਹੀਂ ਸਾਨੂੰ ਹਲੇ ਮਿਲੀ ਕਿਉਂਕਿ ਕੋਰਟ ਨੇ ਕਿਹਾ ਵੀ ਪਹਿਲਾਂ ਤੁਸੀਂ ਪੇਸ਼ ਹੋਵੋ ਫਿਰ ਕਾਪੀਆਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ ਔਰ ਜਿਹੜਾ ਇਹਨਾਂ ਨੇ ਪੱਖ ਰੱਖਿਆ ਗਿਆ ਵੀ ਇਹ ਹੈ ਵੀ ਜੀ ਦੇਖੋ ਇਹ ਜਿਹੜਾ ਇੱਕ ਐਪੀਸੋਡ ਤਿਆਰ ਕੀਤਾ ਗਿਆ ਜੀ ਵੀ ਇਹ ਜਿਹੜਾ ਹੈਗਾ ਜੀ ਜਿਹੜੇ ਮੁੱਖ ਇਹਦੇ ਵਿੱਚ ਹੈਗੇ ਆ ਜੀ ਕਨਸਪੀਰੇਟਰ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਨਾਲ ਸੁਖਬੀਰ ਸਿੰਘ ਬਾਦਲ ਹੈ। ਬਟ ਇਹ ਇੱਕ ਫੈਕਟ ਹੈ ਜਿਹੜਾ ਕਿਸੇ ਨੇ ਵੀ ਅੱਜ ਤੱਕ ਡਿਸਪਿਊਟ ਨਹੀਂ ਕੀਤਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਦਿਨ ਨਾ ਪੰਜਾਬ ਦੇ ਵਿੱਚ ਤਾਂ ਹੈ ਹੀ ਨਹੀਂ ਸੀ ਔਰ ਦੂਸਰੀ ਗੱਲ ਜਿਹੜੀ SDM ਦੀ ਰਿਪੋਰਟ ਹੈ ਜਿਹੜੀ ਕੋਰਟ ਦੇ ਸਾਹਮਣੇ ਦਿੱਤੀ ਗਈ ਹੈ
ਉਸ ਐਸਟੀਐਮ ਰਿਪੋਰਟ ਨੂੰ ਪਹਿਲਾਂ ਵੀ ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੇ ਕੰਸੀਡਰ ਕੀਤਾ, ਜਿਹਦੇ ਚ ਉਹਨਾਂ ਨੇ ਕਿਹਾ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਜਿਹੜਾ ਆਰਡਰ ਹੈ ਗੋਲੀ ਚਲਾਉਣ ਦਾ ਮੈਂ ਦਿੱਤਾ ਸੀ। ਅੱਛਾ, ਮੈਨੂੰ ਇੱਕ ਚੀਜ਼ ਦੱਸੋ ਪਰਮਵੀਰ ਸਿੰਘ, ਮੈਂ ਆ ਰਿਹਾ ਮਹਿੰਦੀ ਰੱਤਾ ਜੀ ਤੁਹਾਡੇ ਕੋਲੇ, ਮੈਂ ਟਿੱਪਣੀ ਲੈਣੀ ਸੀ ਪਰ ਤੁਸੀਂ ਉਦੋਂ ਮਿਲ ਨਹੀਂ ਸਕੇ ਸਾਨੂੰ। ਪਰਮਵੀਰ ਸਿੰਘ, ਜਿਹੜਾ ਮੈਂ ਆ ਰਿਹਾ ਤੁਹਾਡੇ ਕੋਲ ਮਹਿੰਦੀ ਰੱਤਾ ਜੀ, ਪਰਮਵੀਰ ਸਿੰਘ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਜਿਹੜੀ ਪਲੀ ਦੇ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਇੱਥੇ ਹੈ ਨਹੀਂ ਸੀਗੇ, ਵਿਦੇਸ਼ ਵਿੱਚ ਸੀਗੇ ਉਹ ਪਰਮਵੀਰ ਸਿੰਘ? ਹਾਂ, ਉਹ ਪੰਜਾਬ ਤੋਂ ਬਾਹਰ ਸੀ ਜੀ, ਇਹ ਔਨ ਰਿਕਾਰਡ ਹੈ। ਇੰਡੀਆ ਵਿੱਚ ਸੀ ਜਾਂ ਨਹੀਂ ਸੀ? ਸਰ ਮੈਂ ਇਹਦੇ ਬਾਰੇ ਹਲੇ ਕੁਝ ਕਹਿ ਨਹੀਂ ਸਕਦਾ, ਮੈਂ ਕੋਰਟ ਦੇ ਆਰਡਰ ਨਹੀਂ ਪੜ੍ਹੇ, ਪਰ ਇਹ ਜੋ ਇਹ ਕੋਰਟ ਦੇ ਆਰਡਰ ਵਿੱਚ ਥੋੜੀ ਲਿਖਿਆ ਹੋਊਗਾ ਇੰਡੀਆ ਵਿੱਚ ਸੀ ਜਾਂ ਨਹੀਂ, ਉਹ ਤਾਂ ਤੁਸੀਂ ਦੱਸਣਾ ਨਾ ਇੰਡੀਆ ਵਿੱਚ ਸੀ ਕਿ ਨਹੀਂ। ਉਹ ਪੰਜਾਬ ਦੇ ਵਿੱਚ ਨਹੀਂ ਹੈਗੇ ਸੀ ਜੀ, ਜਿਹੜੀ ਗੱਲ ਮੈਨੂੰ ਹਲੇ ਫਿਰ ਤੁਸੀਂ ਇਹਨੂੰ ਜਸਟੀਫਾਈ ਕਿਵੇਂ ਕਰੋਗੇ, ਪੰਜਾਬ ਤੋਂ ਬਾਹਰ ਸੀ ਜਾਂ ਨਹੀਂ ਸੀ ਜਾਂ ਇੰਡੀਆ ਤੋਂ ਬਾਹਰ? ਚਲੋ ਮੈਂ ਮੰਨ ਲਈ ਗੱਲ ਤੁਹਾਡੀ। ਇੱਕ ਵਾਰ ਸੁਣ ਤਾਂ ਲਓ ਪਰਮਵੀਰ ਜੀ, ਸੁਣ ਲਓ, ਤੁਸੀਂ ਬੜੇ ਸਿਆਣੇ ਵਕੀਲ ਹੋ ਪਰਮਵੀਰ ਜੀ। ਕੀ ਫੋਨ ਸੁਖਬੀਰ ਸਿੰਘ ਬਾਦਲ ਦਾ ਬੰਦ ਸੀਗਾ, ਆਊਟ ਆਫ ਰੇਂਜ ਸੀ, ਉਹ ਤੁਹਾਡੇ ਨਾਲ ਕਿਸੇ ਨਾਲ ਕੰਟੈਕਟ ਵਿੱਚ ਹੀ ਨਹੀਂ ਸੀਗੇ, ਜਾਂ ਉਹਨਾਂ ਨੇ ਕੋਈ ਆਪਦਾ ਚਾਰਜ ਕਿਸੇ ਨੂੰ ਦਿੱਤਾ ਹੋਇਆ ਸੀਗਾ? ਸਰ ਦੇਖੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਇਹ ਕੋਰਟ ਪਹਿਲਾਂ ਵੀ ਇੱਕ ਇਸੇ ਚੀਜ਼ ਤੇ ਡਿਸਾਈਡ ਕਰ ਚੁੱਕੀ ਹੈ। 9/4/21 ਨੂੰ ਮਾਨਯੋਗ ਕੋਰਟ ਨੇ ਇਹ ਸਾਰਾ ਡਿਸਕਸ ਕਰਕੇ ਕਿਹਾ, ਔਰ ਜਿਹੜੀ ਪਲੀ ਇਹ ਹੁਣ ਲੈ ਰਹੇ ਆ, ਪੁਲਿਸ ਹੁਣ ਲੈ ਰਹੀ ਹੈ, ਉਹੀ ਪਲੀ ਪਹਿਲਾਂ ਜਿਹੜੀ ਮਾਨਯੋਗ ਹਾਈ ਕੋਰਟ ਆ ਉਹਨੇ ਤਾਰ-ਤਾਰ ਕਰਕੇ ਕਿਹਾ ਵੀ ਜੇ ਮੁੱਖ ਮੰਤਰੀ ਕਿਸੇ ਆਪਣੇ ਅਫਸਰ ਨਾਲ ਗੱਲ ਕਰਦਾ ਹੈ, ਕਿਉਂਕਿ ਉਹਦੇ ਵਿੱਚ ਪਹਿਲੇ ਚਲਾਨ ਚ ਵੀ ਇਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਦੀ ਕੋਈ ਗੱਲ ਸਰ ਮੈਨੂੰ ਉਹਨਾਂ ਤੇ ਕੋਈ ਇਤਰਾਜ਼ ਹੀ ਨਹੀਂ ਪਰਮਵੀਰ ਜੀ, ਮੈਂ ਤਾਂ ਇੱਕ ਛੋਟੀ ਜਿਹੀ ਚੀਜ਼ ਜਾਨਣਾ ਚਾਹ ਰਿਹਾ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਵਿੱਚ ਨਹੀਂ ਹੈਗੇ ਸੀਗੇ, ਉਹ ਕਿਸੇ ਨੂੰ ਉਹਦਾ ਚਾਰਜ ਦੇ ਗਏ ਸੀਗੇ, ਮੈਂ ਥੋੜੀ ਕਹਿ ਰਿਹਾ ਉਹ ਗਿਲਟੀ ਹੈ, ਇਹ ਤਾਂ ਆਪੋਜੀਸ਼ਨ ਕਹੀ ਜਾਵੇ ਜਿਹਨੇ ਕਹਿਣਾ, ਮੈਂ ਤਾਂ ਟੈਕਨੀਕਲ ਗਰਾਊਂਡ ਤੇ ਗੱਲ ਕਰਦਾ ਪਿਆ। ਦੇਖੋ, ਜੋ ਮੈਟਰ ਸਬਸਿਡੀਜ਼ ਹੈ, ਜੋ ਸਾਡੇ ਐਵੀਡੈਂਸ ਹੈਗੇ ਆ, ਉਹ ਅਸੀਂ ਮਾਨਯੋਗ ਕੋਰਟ ਦੇ ਅੱਗੇ ਰੱਖਾਂਗੇ। ਚਲੋ ਠੀਕ ਹੈ, ਮੈਂ ਵਾਪਸ ਆਉਂਗਾ ਪਰਮਵੀਰ ਸਿੰਘ। ਕਰਿੰਦਰ ਸਿੰਘ ਮਹਿੰਦੀ ਰੱਤਾ, ਤੁਸੀਂ ਤਾਂ ਉਹ ਸਾਰੀਆਂ ਚੀਜ਼ਾਂ ਅੱਖੀ ਦੇਖੀਆਂ ਹੋਈਆਂ, ਜੋ ਸਿਆਸਤ ਕਹਿ ਰਹੀ ਹੈ ਇਹਨਾਂ ਦੀ ਆਪੋਜੀਸ਼ਨ, ਬਾਦਲ ਫਸ ਗਏ ਜੀ, ਹੁਣ ਨਹੀਂ ਬਚਦੇ, ਤੁਹਾਨੂੰ ਲੱਗਦਾ ਬਾਦਲ ਬਚ ਜਾਣਗੇ? ਗੁਰਿੰਦਰ ਸਿੰਘ ਮਹਿੰਦੀ ਰੱਤਾ। ਕੇਪੀ ਸਿੰਘ ਜੀ, ਮੈਂ ਨਾ ਮੇਰੇ ਛੋਟੇ ਵੀਰ ਪਰਮਵੀਰ ਸਿੰਘ ਸਨੀ ਦੀ ਗੱਲ ਦਾ ਥੋੜਾ ਜਿਹਾ ਜਵਾਬ ਦੇ ਦਿਆਂ ਜੀ। ਇਹਨਾਂ ਨੇ ਕਿਹਾ ਕਿ ਐਸਡੀਐਮ ਹਰਜੀਤ ਸਿੰਘ ਸੰਧੂ ਦੇ ਜਿਹੜੇ ਬਿਆਨ ਸੀ, ਉਹਨਾਂ ਨੇ ਕਿਹਾ ਕਿ ਮੈਂ ਗੋਲੀ ਚਲਾਉਣ ਦਾ ਆਰਡਰ ਦਿੱਤਾ ਹੈ। ਜਾਂ ਤਾਂ ਮੇਰੇ ਵੀਰ ਨੇ ਉਹ ਬਿਆਨ ਪੜ੍ਹੇ ਨਹੀਂ, ਤੇ ਨਹੀਂ ਤਾਂ ਮੈਂ ਦੱਸ ਦਿੰਨਾ, ਉਹ ਕਹਿੰਦੇ ਮੇਰੇ ਤੋਂ ਪ੍ਰਵਾਨਗੀ ਇੰਨੀ ਕੁ ਲਈ ਗਈ ਹਵਾਈ ਫਾਇਰ ਕਰਨ ਦੀ, ਨਾ ਥਰੂ ਗੈਸ ਦੇ ਗੋਲੇ ਛੱਡਣ ਦੀ, ਨਾ ਲਾਠੀ ਚਾਰਜ ਕਰਨ ਦੀ, ਤੇ ਨਾ ਗੰਦੇ ਪਾਣੀ ਦੀਆਂ। ਦੇਖੋ, ਠੰਡੇ ਪਾਣੀ ਦੀਆਂ ਵਾਛੜਾਂ ਤੁਸੀਂ ਸੁਣੀਆਂ ਹੋਣੀਆਂ, ਪਰ ਗੰਦੇ ਪਾਣੀ ਦੀਆਂ ਵਾਛੜਾਂ ਪੰਜਾਬ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ। ਇਹ ਉਹਨਾਂ ਦੀਆਂ ਜਿਹੜੇ ਪੀੜਤ ਪਰਿਵਾਰ ਨੇ ਜਾਂ ਮੌਕੇ ਦੇ ਗਵਾਹ ਨੇ, ਉਹਨਾਂ ਦੇ ਬਿਆਨ ਜਿਹੜੇ ਹੋਏ ਨੇ, ਤੇ ਜੋ ਚਲਾਨ ਕੋਟਾਂ ਨੇ, ਮੈਂ ਉਹਨਾਂ ਦੇ ਆਧਾਰ ਤੇ ਗੱਲ ਕਰ ਰਿਹਾ। ਗੰਦੇ ਪਾਣੀ ਦੀਆਂ ਵਾਛੜਾਂ ਉਹਨਾਂ ਤੇ ਮਾਰੀਆਂ ਗਈਆਂ ਤੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਅਗਲੀ ਗੱਲ, ਜਿਹੜਾ ਵੀਰ ਪਰਮਵੀਰ ਸਿੰਘ ਜੀ ਕਹਿ ਰਹੇ ਨੇ ਕਿ ਪਹਿਲਾਂ ਕਾਂਗਰਸ ਸਿਆਸੀ ਰੋਟੀਆਂ ਸੇਕਦੀ ਰਹੀ, ਫਿਰ ਆਮ ਆਦਮੀ ਪਾਰਟੀ ਸੇਕ ਰਹੀ ਹੈ, ਇੱਥੇ ਫਿਰ ਮੈਂ ਇਹਨਾਂ ਦੀ ਗੱਲ ਨੂੰ ਥੋੜਾ ਜਿਹਾ ਸੁਧਾਰ ਕਰਨਾ ਜ਼ਰੂਰੀ ਸਮਝਦਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਵੀ ਰੱਜ ਕੇ ਸਿਆਸਤ ਕੀਤੀ ਹੈ ਇਸ ਮੁੱਦੇ ਤੇ। ਜੇਕਰ ਤੁਸੀਂ 1 ਜੂਨ 2015 ਤੋਂ ਸ਼ੁਰੂ ਕਰੋ ਤਾਂ ਮੈਂ ਇੱਕ ਗੱਲ ਦੱਸ ਸਕਦਾ, ਪਰ ਮੈਨੂੰ ਪਤਾ ਹੈ ਤੁਸੀਂ ਮੈਨੂੰ ਇਹਨਾਂ ਸਮਾਂ ਨਹੀਂ ਦੇਣਾ, ਪਰ ਜੇਕਰ ਇਹ ਹੱਥ ਖੜਾ ਕਰ ਰਹੇ ਨੇ ਪਰਮਵੀਰ ਜੀ, ਮੈਂ ਇਹਨਾਂ ਦੀ ਇੱਕ ਗੱਲ ਦਾ ਜਵਾਬ ਦੇਵਾਂਗਾ। ਚਲੋ ਮਹਿੰਦੀ ਰੱਤਾ ਜੀ, ਮੈਨੂੰ ਦੱਸੋ, ਜੋ ਸਿਆਸਤ ਕਹਿ ਰਹੀ ਹੈ, ਤੁਹਾਡੇ ਕੋਲ ਤਾਂ ਇੰਨੇ ਚੀਜ਼ਾਂ ਤੁਸੀਂ ਨੇੜਿਓਂ ਦੇਖੀਆਂ, ਤੁਸੀਂ ਉਹਨਾਂ ਐਵੀਡੈਂਸ ਦੇ ਨਾਲ ਵੀ ਗੋ ਥਰੂ ਹੋਏ ਹੋ, ਕੀ ਬਾਦਲ ਬਚ ਜਾਣਗੇ? ਦੇਖੋ ਜੀ, ਬਾਦਲ ਬਚ ਜਾਣਗੇ ਤੇ ਨਹੀਂ ਬਚ ਜਾਣਗੇ, ਇਹ ਅਦਾਲਤ ਦਾ ਵਿਸ਼ਾ ਹੈ। ਅਦਾਲਤ ਦੇ ਵਿਸ਼ੇ ਨੂੰ ਆਪਾਂ ਪਹਿਲਾਂ ਨਹੀਂ ਦੱਸ ਸਕਦੇ ਵੀ ਉਹ ਬਚਣਗੇ ਕਿ ਨਹੀਂ ਬਚਣਗੇ। ਚਲੋ ਫਿਰ ਮੈਨੂੰ ਇਹ ਦੱਸੋ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਾਂ ਨੂੰ ਰਾਹਤ ਕਿਉਂ ਮਿਲੀ, ਕਿਸ ਬਿਨਾਂ ਤੇ ਮਿਲੀ? ਪ੍ਰਕਾਸ਼ ਸਿੰਘ ਬਾਦਲ ਨੂੰ ਰਾਹਤ ਮੈਂ ਦੱਸਦਾ ਜੀ ਕਿਵੇਂ ਮਿਲੀ। ਚਲਾਨ ਰਿਪੋਰਟਾਂ ਨੇ 7000 ਪੰਨਿਆਂ ਦੀਆਂ, ਉਹਨਾਂ ਰਿਪੋਰਟਾਂ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਦੱਸੇ ਗਏ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸੁਮੇਧ ਸਿੰਘ ਸੈਣੀ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਦਦਗਾਰ ਵਜੋਂ ਦੱਸਿਆ ਗਿਆ ਸੀ ਕਿ ਵੀ ਇਹਨਾਂ ਨੇ ਮਦਦ ਕੀਤੀ ਹੈ। ਉਹ ਵੀ ਹੋ ਸਕਦਾ ਹੈ ਤੇ ਵਡੇਰੀ ਉਮਰ ਵੀ ਹੋ ਸਕਦਾ ਹੈ, ਇਹਨਾਂ ਦੋਵਾਂ ਚੋਂ ਇੱਕ ਕਾਰਨ ਹੋ ਸਕਦਾ। ਚਲੋ ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ, ਬਾਕੀ ਮਹਿਮਾਨਾਂ ਕੋਲ ਜਾਵਾਂਗੇ ਤੇ ਸਵਾਲ ਬਹੁਤ ਸਾਰੇ ਹੈ, ਤੇ ਜਿਹੜਾ ਸਵਾਲ ਇਹ ਪੁੱਛਿਆ ਜਾ ਰਿਹਾ ਕਿ ਬਚ ਜਾਣਗੇ ਬਾਦਲ, ਸਾਰੇ ਇਹ ਸਵਾਲ ਪੁੱਛਦੇ ਪਏ ਆ, ਪਰ ਅਦਾਲਤ ਦਾ ਵਿਸ਼ਾ, ਅਦਾਲਤ ਵਿੱਚ ਤੈਅ ਹੋਵੇਗਾ ਇਹਨਾਂ ਕੋਲ ਜਿਹੜੀ ਲੀਗਲ ਰੈਮਡੀ ਹੈ ਕੀ ਹੈ, ਉਸ ਦੇ ਵਿੱਚ ਕੀ ਕਰਨ ਜਾ ਰਿਹਾ। ਸਾਡੇ ਸਵਾਲ ਉਹ ਨੇ, ਵਾਪਸ ਆ ਰਹੇ ਹਾਂ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕੋਟਕਪੂਰਾ ਗੋਲੀकांड 'ਚ ਬਾਦਲਾਂ ਦੀ ਅਗਾਊਂ ਜ਼ਮਾਨਤ ਤੇ ਸਿਆਸਤ ਕਿਉਂ ਤਪੀ? ਹਾਂ ਪਰਮਵੀਰ, ਕੀ ਕਹਿਣਾ ਚਾਹ ਰਹੇ ਹੋ? ਫਟਾਫਟ ਬੋਲਿਓ ਪਲੀਜ਼। ਦੇਖੋ, ਮਹਿੰਦੀ ਰੱਤਾ ਸਾਹਿਬ ਬੜੇ ਸਤਿਕਾਰਯੋਗ ਆ, ਬਟ ਮੈਂ ਇਹਨਾਂ ਨੂੰ ਕਹਾਂਗਾ ਵੀ ਦੇਖੋ, ਜਦੋਂ ਕੋਰਟ ਦੇ ਵਿੱਚ ਕੋਈ ਮੈਟਰ ਸਬਸਿਡੀਜ਼ ਹੋਵੇ ਨਾ,
ਤੇ ਸਾਨੂੰ ਬੜਾ ਸੋਚ ਸਮਝ ਕੇ ਉਹਦਾ ਬਿਆਨ ਦੇਣਾ ਚਾਹੀਦਾ। ਹੁਣ ਇਹਨਾਂ ਨੇ ਕਿਹਾ ਵੀ ਜੀ ਜਿਹੜੇ ਐਸਟੀਐਮ ਸਾਹਿਬ ਆ ਉਹਨਾਂ ਨੇ ਆਪਣਾ ਬਿਆਨ ਇਸ ਤਰੀਕੇ ਦਿੱਤਾ ਵੀ ਮੇਰੇ ਤੋਂ ਲਏ ਗਏ। ਇਹ ਹਾਈ ਕੋਰਟ ਦੀ ਪੁਰਾਣੀ ਪਟੀਸ਼ਨ ਦਾ ਪੇਜ ਨੰਬਰ 8 ਹੈ। ਇਹਦੇ ਵਿੱਚ ਇੱਕ ਇੱਕ ਲਾਈਨ ਕੋਰਟ ਦੇ ਵਿੱਚ ਉਹਨਾਂ ਨੇ ਪਰਮਿਸ਼ਨ ਸੀਕ ਕਰਕੇ ਐਸਡੀਐਮ ਦੇ ਬਿਆਨ ਨੋਟ ਕੀਤੇ ਆ। ਮੈਂ ਉਹ ਪੜ੍ਹ ਕੇ ਸੁਣਾ ਦਿੰਦਾ। when the police ਲਾਠੀ ਚਾਰਜ the protesters, they got furious and started damaging the public property and even burned some private vehicles. Besides this, attacking the police force and the police station, which is around 200 yards from the spot. Even the use of lathi charge could not bring the situation under control. Rather, the protesters attacked the police persons on duty with bold and determined manner, which resulted into injury of several police. Hence, the petitioner was constrained to move a third application before the magistrate, who was still present there, seeking permission to fire gunshot for defense and for dispersal of the protesters. Keeping in view the gravity of the situation, the STM granted the permission for gun firing as well. ਔਰ ਇਹ ਹਾਈ ਕੋਰਟ ਦੇ ਵਿੱਚ ਹੈ ਜੀ, ਔਨ ਰਿਕਾਰਡ ਹੈ। ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਬੜੇ ਸਤਿਕਾਰਯੋਗ ਨੇ, ਦੇਖੋ ਕੋਰਟਾਂ ਦੇ ਵਿੱਚ ਜਦੋਂ ਮੈਟਰ ਸਬਸਿਡੀਜ਼ ਹੋਣ ਤੇ ਆਪਾਂ ਕਿਸੇ ਵੀ ਬਿਆਨ ਨੂੰ ਤੋੜ ਮੜੋੜ ਕੇ ਨਾ ਪੇਸ਼ ਕਰੀਏ। ਮੈਂ ਬਸ ਇਹੀ ਗੱਲ ਇਹਨਾਂ ਨੂੰ ਪਰਮਵੀਰ ਜੀ ਐਸਡੀਐਮ ਨੇ ਆਪਣੀ ਰਿਪੋਰਟ ਵਿੱਚ ਇਹ ਮੰਨਿਆ ਕਿ ਹਵਾਈ ਫਾਇਰ ਦੇ ਆਰਡਰ ਦਿੱਤੇ ਗਏ ਸੀਗੇ ਜਾਂ ਨਹੀਂ? ਹਾਂਜੀ, ਮੈਂ ਤੁਹਾਨੂੰ ਪੜ੍ਹ ਕੇ ਤਾਂ ਸੁਣਾ ਰਿਹਾ ਜੀ, ਮੈਂ ਦੁਬਾਰਾ ਪੜ੍ਹ ਦੇਣਾ। नहीं दोबारा पढ़ने की लोड़ नहीं, मैंने तो क्लैरिफाई कर दो, जो ग्रीन से मेहंदी तक कह रहे हैं वो गलत कह रहे हैं, ये दस दो बस। देखो देखो मैं दोबारा पढ़ दे। कीपिंग इन व्यू द ग्रेविटी ऑफ सिचुएशन, द एसटीएम ग्रांटेड द परमिशन फॉर फायरिंग द गन शॉट्स एज वेल वाइल ग्रांट। और ਇਹਦੇ ਚ ਇਹ ਵੀ ਲਿਖਿਆ ਹੋਇਆ ਵੀ ਉਹ ਔਨ ਸਪੌਟ ਸੀ ਜਦੋਂ ਪਰਮਿਸ਼ਨ ਸੀਕ ਕੀਤੀ ਗਈ। ਚਲੋ ਕਿ ਤੁਹਾਨੂੰ ਲੱਗਦਾ ਕਿ ਜੇ ਇਸ ਮੁੱਦੇ ਦੇ ਵਿੱਚ ਕੋਈ ਫਸੂਗਾ ਤਾਂ ਐਸਡੀਐਮ ਸਾਹਿਬ ਫਸਣਗੇ, ਇਹੀ ਕਹਿ ਰਹੇ ਹੋ? ਨਹੀਂ ਦੇਖੋ ਜੀ, ਮੈਂ ਕਿਸੇ ਅਫਸਰ ਦੀ ਗੱਲ ਨਹੀਂ ਕਰ ਰਿਹਾ। ਦੇਖੋ ਜੋ ਮਾਹੌਲ ਆ ਪੰਜਾਬ, ਦੇਖੋ ਇੱਕ ਸਰਕਾਰ ਨੇ ਇੱਕ ਅੱਜ ਧਾਰਨਾ ਬਣਾਤੀ ਹੈ ਵੀ ਜੀ ਅਗਰ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦੀ ਅਨਸੁਖਾਵਨੀ ਘਟਨਾ ਹੁੰਦੀ ਹੈ ਤਾਂ ਉਹਦੇ ਲਈ ਹੋਮ ਮਿਨਿਸਟਰ ਜ਼ਿੰਮੇਵਾਰ। ਤਾਂ ਕੋਈ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕੀ ਇਹਨਾਂ ਕੋਲੋਂ ਜਵਾਬ ਮੰਗਣਗੇ। ਜੋ ਪਟਿਆਲੇ ਚ ਕਾਲੀ ਮਾਤਾ ਮੰਦਿਰ ਦੇ ਬਾਹਰ ਫਾਇਰਿੰਗ ਹੋਈ, ਇੱਕ ਸਿੱਖ ਦੇ ਪੱਟ ਚ ਗੋਲੀ ਵੱਜੀ, ਜੋ ਅਜਨਾਲੇ ਦੇ ਵਿੱਚ ਹੋਇਆ, ਜੋ ਅੱਜ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ, ਤੇ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਮ ਮਿਨਿਸਟਰ ਜਵਾਬਦਾਰ ਹੋਏਗਾ। ਹੋਮ ਮਿਨਿਸਟਰ ਦੀ ਸਾਡੀ ਰਿਸਪੌਂਸਿਬਿਲਿਟੀ। ਠੀਕ ਹੈ। ਰਮਨ ਚਾਂਦੀ ਤੁਸੀਂ ਵੀ ਇਸ ਮੁੱਦੇ ਤੇ ਸਿਆਸਤ ਕਰਦੇ ਪਏ ਹੋ, ਅਕਾਲੀ ਦਲ ਕਹਿ ਰਿਹਾ। ਕੇਪੀ ਜੀ ਦੇਖੋ, ਸਿਆਸਤ ਕਰਨੀ ਔਰ ਨਾ ਕਰਨੀ ਇਹ ਪੰਜਾਬ ਦੇ ਲੋਕ ਜਾਣਦੇ ਆ ਕਿ ਕਿਸ ਤਰ੍ਹਾਂ। ਮੇਰੇ ਕੋਲ ਤਾਂ ਦੋ ਸਵਾਲ ਨੇ। ਜੇਕਰ ਕਿਸੇ ਵੀ ਪਾਰਟੀ ਦਾ ਲੀਡਰ ਇਸ ਕੇਸਾਂ ਦੇ ਸੰਬੰਧ ਦੇ ਵਿੱਚ ਇਨਕਲੂਡ ਨਹੀਂ ਸੀ ਤਾਂ ਫਿਰ ਇਹਨਾਂ ਸਰਕਾਰਾਂ ਨੂੰ ਇੰਨਾ ਸਮਾਂ ਕਿਉਂ ਲੱਗ ਗਿਆ ਜਾਂਚ ਕਰਨ ਲਈ? ਜੇਕਰ ਦਾਲ ਦੇ ਵਿੱਚ ਕੁਝ ਕਾਲਾ ਸੀ ਤਾਂ ਹੀ ਅਕਾਲੀ ਦਲ ਕਾਂਗਰਸ ਨਾਲ ਖੇਡ ਰਹੀ ਸੀ ਰਲ ਕੇ, ਔਰ ਕਾਂਗਰਸ ਅਕਾਲੀ ਦਲ ਨਾਲ ਖੇਡ ਰਿਹਾ ਸੀ। ਅਸੀਂ ਤਾਂ ਆਪਣਾ ਵਾਅਦਾ ਨਿਭਾਇਆ। ਮਾਨ ਸਾਹਿਬ ਨੇ ਪਹਿਲਾਂ ਹੀ, ਔਰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਕਿ ਅਸੀਂ ਪੰਜਾਬ ਦੇ ਸਿੱਖਾਂ ਨੂੰ, ਦੁਨੀਆ ਭਰ ਚ ਬੈਠੇ ਸਿੱਖਾਂ ਨੂੰ ਇਨਸਾਫ ਦੇਵਾਂਗੇ। ਸਿੱਟ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਬਣੀ ਹੈ, ਉਹਨੇ ਕਾਨੂੰਨ ਦੇ ਅਨੁਸਾਰ ਆਪਣਾ ਕੰਮ ਕੀਤਾ। ਮੇਰੇ ਕੁਝ ਕੁਐਸਚਨ ਨੇ ਅਕਾਲੀ ਦਲ ਜੀ ਦੇ ਪ੍ਰਵਕਤਾ ਨੂੰ, ਚਾਹੇ ਦੇਖੋ ਕਾਂਗਰਸ ਦੀ ਗੱਲ ਮੈਂ ਬਾਅਦ ਚ ਕਰੂੰਗਾ ਕਿ ਉਸ ਸਮੇਂ ਇੱਕ ਫੱਟੜ ਹੋਏ ਸੀ ਐਸਆਈ ਸੁਰਿੰਦਰ ਕੁਮਾਰ, ਉਹਨਾਂ ਨੇ ਫਰੀਦਕੋਟ ਅਦਾਲਤ ਦੇ ਵਿੱਚ 164 ਦੇ ਆਪਣੇ ਬਿਆਨ ਦਰਜ ਕਰਾਏ ਨੇ। ਉਸ ਬਿਆਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੁਲਿਸ ਨੇ ਪਹਿਲਾਂ ਫਾਇਰਿੰਗ ਕੀਤੀ, ਦੇਖੋ ਜਿਸ ਕਰਕੇ ਮਾਹੌਲ ਉੱਥੇ ਭੜਕ ਗਿਆ। ਔਰ ਜਿਹੜੇ ਆਪਣੇ ਜੈਤੋਂ ਦੇ ਤਹਿਸੀਲਦਾਰ ਸਾਹਿਬ ਸੀਗੇ, ਉਹਨਾਂ ਨੇ ਬਿਆਨ ਆਪਣੇ ਦਰਜ ਕਰਾਏ ਸੀਗੇ ਕਿ ਮੇਰੀ ਵਿਦਆਊਟ ਪਰਮਿਸ਼ਨ ਤੋਂ ਬਿਨਾ ਮੇਰੇ ਤੋਂ ਕੋਈ ਪਰਮਿਸ਼ਨ ਨਹੀਂ ਲਈ ਗਈ। ਔਰ ਤੀਜੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ, ਜਦੋਂ ਦੇਖੋ ਇਹ ਵੀ ਚੀਜ਼ਾਂ ਕਾਊਂਟ ਕਰਦੀਆਂ ਨੇ, ਹੈਗਾ ਤਾਂ ਇਹ ਅਦਾਲਤੀ ਮਸਲਾ। ਮੈਂ ਤਾਂ ਇੱਕ ਸਿਰਫ ਹੈਡਿੰਗ ਰੱਖ ਸਕਦਾ ਕਿ ਉਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਗਨ ਸ਼ਾਟ ਹੈ ਉਹ ਗਨ ਸ਼ਾਟ ਉੱਪਰੋਂ ਨੀਚੇ ਨੂੰ ਗਿਆ। ਦੇਖੋ ਜੋ ਕਿਹੜੀ ਪੋਸਟਮਾਰਟਮ ਰਿਪੋਰਟ ਕਰ ਰਮਨ ਚਾਂਦੀ ਕਿਹੜੀ ਪੋਸਟਮਾਰਟਮ ਰਿਪੋਰਟ ਦੀ ਗੱਲ ਕਰਦੇ ਪਏ ਤੁਸੀਂ? ਹੈ ਜੀ, ਕਿਹੜੀ ਪੋਸਟਮਾਰਟਮ ਰਿਪੋਰਟ ਦੀ ਗੱਲ ਕਰਦੇ ਪਏ ਤੁਸੀਂ? ਦੇਖੋ ਜਿਹੜਾ ਬਾਈਬਲ ਕਲਾਂ ਦੇ ਵਿੱਚ, ਸਰ ਬਾਈਬਲ ਕਲਾਂ ਦੀ ਮੈਂ ਗੱਲ ਹੀ ਨਹੀਂ ਕਰਦਾ ਪਿਆ ਸਰ, ਆਪਾਂ ਬਾਈਬਲ ਕਲਾਂ ਤੁਰ ਕੇ ਮੈਂ ਕੋਟਪੁਰਾ ਗੋਲੀकांड ਦੀ ਗੱਲ ਕਰਦਾ ਪਿਆ। ਦੇਖੋ ਕੋਰਟ, ਦੇਖੋ ਮੇਰੀ ਗੱਲ ਸੁਣੋ, ਮਸਲਾ ਦੋਨਾਂ ਨਾਲ ਰਿਲੇਟਡ ਹੈ। ਮੈਂ ਇਹ ਗੱਲ ਮੰਨਦਾ ਕਿ ਬੁਰਜ ਜਵਾਹਰ ਸਿੰਘ ਵਾਲਾ ਤੋਂ ਜਦੋਂ ਇਹ ਸਰੂਪ ਚੋਰੀ ਹੋਏ ਉਸ ਸਮੇਂ ਸਰਕਾਰ ਨੇ ਕੁਝ ਨਹੀਂ ਆਪਣੇ ਸਿੰਸੀਅਰਿਟੀ ਨਾਲ ਕੰਮ ਲਿਆ। ਇਹ ਸਾਰਾ ਕੁਝ ਮੋਟਾ ਹੀ ਮੈਂ ਦੱਸ ਦੇਣਾ ਕਿ ਬਾਬਾ ਰਾਮ ਰਹੀਮ ਤੋਂ ਲੈ ਕੇ ਇਹ ਜਿਹੜਾ ਕੇਸ ਹੈ ਸਿਰਫ ਪੰਜਾਬ ਦੇ ਸਿੱਖਾਂ ਨੂੰ
ਤਾਂ ਸਿੱਖਾਂ ਦੀਆਂ ਵੋਟਾਂ ਲੈਣ ਚੱਲ। ਖਾਤਰ ਇਹਨਾਂ ਨੇ ਕੀਤਾ ਸੀ, ਲੇਕਿਨ ਪੈ ਗਿਆ ਇਹਨਾਂ ਦੇ ਉਲਟ। ਚਲੋ ਠੀਕ ਹੈ। ਮੈਂ ਇੱਕ ਮਿੰਟ ਪਰਮਵੀਰ ਮੈਨੂੰ ਵਕਤ ਦਿਓ ਥੋੜਾ ਜਿਹਾ, ਮੈਂ ਬਾਕੀ ਮੈਂ ਉਹਨਾਂ ਨੂੰ ਜੋੜ ਲਵਾਂ। ਮੈਂ ਸਿਰਫ ਇੱਕ ਮਿੰਟ ਲਵਾਂਗਾ ਜੀ। ਹਾਂ ਦੇਖੋ ਤੁਸੀਂ ਜਿਹੜਾ ਕੁਐਸਚਨ ਕੀਤਾ ਕੇਪੀ ਜੀ ਵੀ ਸਿਆਸਤ ਆਮ ਆਦਮੀ ਪਾਰਟੀ ਕਿਵੇਂ ਕਰ ਰਹੀ ਹੈ, ਦੇਖੋ ਜੋ ਮਾਨਯੋਗ ਹਾਈ ਕੋਰਟ ਨੇ ਸਿੱਟ ਬਣਾਈ ਸੀ ਉਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਕੁਝ ਕੰਡੀਸ਼ਨਸ ਤੇ ਇਨਸਟਰਕਸ਼ਨਸ ਦਿੱਤੀਆਂ ਸੀ, ਡਾਇਰੈਕਸ਼ਨਸ ਮੈਂ ਕਹਾਂਗਾ ਕਿ ਇਹ ਜਿਹੜੀ ਸਿੱਟ ਦੀ ਰਿਪੋਰਟ ਹੈ ਇਹ ਕਿਸੇ ਨੂੰ ਵੀ ਲੀਕ ਨਾ ਕੀਤੀ ਜਾਵੇ। ਔਰ ਜੋ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ 2 ਲੀਡਰ ਨੇ ਜੋ ਉੱਥੇ ਜਾ ਕੇ ਮੋਰਚੇ ਦੇ ਵਿੱਚ ਜਾ ਕੇ ਉਹ ਬਿਆਨ ਦਿੰਦੇ ਰਹੇ ਨੇ ਵੀ ਅਸੀਂ ਚਲਾਨ ਪੇਸ਼ ਕਰ ਰਹੇ ਹਾਂ, ਅਸੀਂ ਅੰਦਰ ਦਵਾਂਗੇ, ਔਰ ਅੱਜ ਚਾਂਦੀ ਸਾਹਿਬ ਵੀ ਉਹੀ ਗੱਲਾਂ ਕਰ ਰਹੇ ਨੇ ਜੋ ਕਿ ਚਲਾਨ ਦੇ ਵਿੱਚ ਇਹਨਾਂ ਨੇ ਪ੍ਰੈਜ਼ੈਂਟ ਕੀਤੀਆਂ। ਤਾਂ ਇਹਦੇ ਤੋਂ ਸਾਫ਼ ਗੱਲ ਹੁੰਦੀ ਹੈ ਵੀ ਜਿਹੜੀ ਚਲਾਨ ਦੀ ਕਾਪੀ ਉਹ ਤਾਂ ਚਾਂਦੀ ਸਾਹਿਬ ਨੂੰ ਪਹਿਲਾਂ ਮਿਲ ਗਈ ਹੈ। ਚਲੋ ਹਾਲੇ ਤੱਕ ਜਿਨ੍ਹਾਂ ਨੇ ਖਿਲਾਫ਼ ਕਰ ਰਹੇ ਉਹਨਾਂ ਨੂੰ ਤਾਂ ਮਿਲੀ ਨਹੀਂ। ਚਲੋ ਜਗਮੀਤ ਸਿੰਘ ਢਿੱਲੋਂ, ਤੁਹਾਡੇ ਬਾਰੇ ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਤੇ ਆਮ ਆਦਮੀ ਪਾਰਟੀ ਸਪੋਕਸਪਰਸਨ ਵੀ ਕਹਿ ਰਹੇ ਆ ਵੀ ਤੁਸੀਂ ਮਿਲ ਕੇ ਮੈਚ ਖੇਡਦੇ ਰਹੇ। ਜਗਮੀਤ ਸਿੰਘ ਢਿੱਲੋਂ ਜੀ ਦੇਖੋ, ਬਿਲਕੁਲ ਕੇਪੀ ਜੀ ਅਜਿਹੀ ਗੱਲ ਨਹੀਂ ਹੈ। ਅਸੀਂ ਤਾਂ ਕਹਿੰਦੇ ਆ ਕਿ 100% ਇਨਸਾਫ ਨਹੀਂ ਹੋ ਸਕਿਆ, ਬਟ ਸਾਡੀ ਸਰਕਾਰ ਵੇਲੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਅਗਰ ਗੱਲ ਕਰੀਏ ਰਣਵੀਰ ਸਿੰਘ ਕਟਰਾ ਜੀ ਨੇ ਜਿਹੜੀ ਸਾਡੀ ਸਰਕਾਰ ਵੱਲੋਂ SIT ਬਣਾਈ ਗਈ ਸੀ, ਉਹਦੇ ਵਿੱਚ ਵੀ ਜਿਹੜੀ ਬੇਅਦਬੀ ਹੋਈ ਸੀ ਉਹਦੇ ਵਿੱਚ 2 ਦੋਸ਼ੀਆਂ ਨੂੰ ਸਜ਼ਾ ਤੱਕ ਅਸੀਂ ਪਹੁੰਚਾਈ ਹੈ। ਉਹਨਾਂ ਦਾ ਸਾਰਾ ਕੇਸ ਪੰਜਾਬ ਸਰਕਾਰ ਨੇ ਲੜ ਕੇ ਬਹੁਤ ਵਧੀਆ ਦਲੀਲਾਂ ਸਾਡੇ ਸਰਕਾਰੀ ਵਕੀਲਾਂ ਨੇ ਰੱਖ ਕੇ ਸਜ਼ਾ ਪਹੁੰਚਾਈ। ਉਸ ਤੋਂ ਅੱਗੇ ਅਸੀਂ ਕੁੰਵਰ ਵਿਜੇ ਪ੍ਰਤਾਪ ਜੀ ਦੀ ਨਿਗਰਾਨੀ ਹੇਠ ਜਿਹੜੀ SIT ਬਣਾਈ ਸੀ ਉਹਨਾਂ ਨੂੰ ਵੀ ਫ੍ਰੀ ਹੈਂਡ ਦਿੱਤਾ। ਚਲੋ ਅਦਾਲਤ ਦਾ ਸਨਮਾਨ ਹੈ, ਮਾਣਯੋਗ ਹਾਈ ਕੋਰਟ ਜੀ ਨੇ ਉਸ ਸਮੇਂ ਜੋ ਉਹਨਾਂ ਦੀ ਇਨਵੈਸਟੀਗੇਸ਼ਨ ਸੀ ਉਹ ਸਾਰੀ ਰਿਪੋਰਟ ਜੋ ਉਹਨਾਂ ਭੇਜਿਆ ਸੀ ਬਣਾ ਕੇ ਉਹ ਸਾਰਾ ਰੱਦ ਕਰ ਦਿੱਤਾ। ਸੋ ਇਸ ਦੇ ਵਿੱਚ ਸਮਾਂ ਲੱਗਦਾ ਹੈ। ਸੋ ਇਹ ਕਹਿ ਦੇਣਾ ਕਿ ਅਸੀਂ ਫ੍ਰੈਂਡਲੀ ਮੈਚ ਕਰਦੇ ਹਾਂ, ਇਹ ਮੈਂ ਸਮਝਦਾ ਕਿਤੇ ਵੀ ਵਾਜਬ ਨਹੀਂ। ਅੱਗੇ ਕੇਪੀ ਜੀ ਮੈਂ ਗੱਲ ਕਰਾਂ ਕਿ ਅਗਰ ਇਹ ਗੱਲ ਕਰਦੇ ਨੇ ਤੇ ਇਹਨਾਂ ਦੇ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਜੀ ਦਾ ਬਿਆਨ ਹੈ, ਉਹ ਕਹਿ ਰਹੇ ਨੇ ਕਿ ਇਹਨਾਂ ਦਾ ਫ੍ਰੈਂਡਲੀ ਮੈਚ ਹੈ। ਉਹ ਤਾਂ ਖੁਦ ਇਹਨਾਂ ਦੇ ਵਿਧਾਇਕ ਆਪਣੀ ਸਰਕਾਰ ਤੇ ਇਲਜ਼ਾਮ ਲਾ ਰਹੇ ਨੇ ਕਿ ਬਾਦਲਾਂ ਦਾ ਕੁਝ ਨਹੀਂ ਹੋ ਸਕਦਾ, ਇਹ ਰਲ ਕੇ ਬਸ ਇੱਕ ਕੋਟਾ ਪੂਰਾ ਕੀਤਾ ਜਾ ਰਿਹਾ। ਚਲੋ ਫਿਰ ਤੁਸੀਂ ਮੈਨੂੰ ਦੱਸ ਦਿਓ, ਮਹਿੰਦੀ ਰੱਤਾ ਇਹਨੇ ਤਾਂ ਜਵਾਬ ਨਹੀਂ ਦਿੱਤਾ ਸੀਗਾ। ਮੈਂ ਉਹਨੂੰ ਪੁੱਛਿਆ ਸੀ ਕਿ ਵੱਜ ਜਾਣਗੇ ਬਾਦਲ, ਉਹ ਕਹਿੰਦੇ ਅਦਾਲਤ ਦਾ ਮਾਮਲਾ ਹੈ। ਤੁਸੀਂ ਤਾਂ ਸਿੱਧਾ ਹੀ ਕਹਿ ਰਹੇ ਹੋ ਵੱਜ ਜਾਣਗੇ ਬਾਦਲ, ਦਾ ਮਤਲਬ ਕਾਂਗਰਸ ਕਹਿ ਰਹੀ ਹੈ। ਜੀ ਮੈਂ ਨਹੀਂ ਕਹਿ ਰਿਹਾ, ਮੈਂ ਫਿਰ ਤੁਸੀਂ ਕਹਿਤਾ ਹੀ ਨਾ ਕੁੰਵਰ ਵਿਜੇ ਪ੍ਰਤਾਪ ਦਾ ਹਵਾਲਾ ਦੇ ਕੇ। ਹਾਂ ਬੋਲੋ ਕੇਪੀ ਜੀ, ਮੈਂ ਕਹਿ ਰਿਹਾ ਕਿ ਜਿਹੜੇ ਸ਼ਖਸ ਨੂੰ ਅਰਵਿੰਦ ਕੇਜਰੀਵਾਲ शामिल करना आया ਸੀ ਤੇ ਕਹਿੰਦਾ ਸੀ कि कुंवर विजय प्रताप हमारे साथ हैं, 24 घंटे में बेदबी का इंसाफ होगा। आज वो शख्स कह रहा है कि कुछ नहीं होएगा। मैं ओदे बयान ਨੂੰ रिपीट कर रहा, बाकी मानयोग अदालत ने डिसाइड करना है कि कौन दोषी है या नहीं है। ਚੰਨੀ ਸਾਹਿਬ ਤੁਸੀਂ ਤਾਂ ਉਦੋਂ ਭਾਈਵਾਲ ਸੀ ਚੰਨੀ ਸਾਹਿਬ, ਤੇ ਤੁਸੀਂ ਤਾਂ ਉਦੋਂ ਅਕਾਲੀ ਦਲ ਵਿੱਚ ਵੀ ਸੀਗੇ ਮੈਨੂੰ ਲੱਗਦਾ, ਜਿਸ ਤੱਕ ਮੈਨੂੰ ਯਾਦ ਆ। ਚੰਨੀ ਸਾਹਿਬ ਅੱਜ ਤੁਹਾਡੇ ਲੀਡਰ ਇਹਨਾਂ ਤੇ ਟਿੱਪਣੀ ਕਰਨ ਤੋਂ ਬਚਦੇ ਪਏ ਆ, ਇਸ ਲਈ ਬਚਦੇ ਪਏ ਆ ਕਿ ਤੁਸੀਂ ਭਾਈਵਾਲ ਸੀ ਉਦੋਂ ਸਰਕਾਰ 'ਚ। ਨਹੀਂ ਦੇਖੋ, ਗੱਲ ਇਹ ਵੀ ਭਾਈਵਾਲੀ ਸੀ, ਇਹ ਤਾਂ ਸੱਚਾਈ ਹੈ, ਨਾ ਕੋਈ ਤਾਂ ਮੁੱਕਰਿਆ ਜਾ ਸਕਦਾ, ਇਹ ਜਗ ਜਾਹਿਰ ਹੈ। ਜਿਹੜਾ ਬੀਜੇਪੀ ਸੀ ਉਹ ਅਕਾਲੀ ਦਲ ਨਾਲ ਭਾਈਵਾਲ ਇੱਕ ਬਹੁਤ ਛੋਟਾ ਜਿਹਾ ਹਿੱਸਾ ਸੀ, ਤੇ ਜਿਹੜਾ ਹੋਮ ਡਿਪਾਰਟਮੈਂਟ ਸੀ ਉਹ ਅਕਾਲੀ ਦਲ ਕੋਲ ਸੀ, ਤੇ ਬੀਜੇਪੀ ਦਾ ਉਸ 'ਚ ਕੋਈ ਦਖਲਅੰਦਾਜ਼ੀ ਨਹੀਂ ਸੀ। ਇਸ ਲਈ ਬੀਜੇਪੀ ਨੂੰ ਇਹ 'ਚ ਇਲਜ਼ਾਮ ਦੇਣਾ ਮੈਂ ਸਮਝਦਾ ਉਹ ਠੀਕ ਨਹੀਂ ਹੈਗਾ। ਤੁਸੀਂ ਇਹ ਤੇ ਕਮੈਂਟ ਕਰਨ ਤੋਂ ਕਿਉਂ ਬਚਦੇ ਪਏ? ਮੇਰਾ ਸਵਾਲ ਤਾਂ ਬੜਾ ਸਿੱਧਾ ਹੈ ਚੰਨੀ ਸਾਹਿਬ। ਕਮੈਂਟ ਕਰਨ ਤੋਂ ਕੋਈ ਨਹੀਂ ਬਚਦੇ, ਦੱਸੋ ਤੁਸੀਂ ਪੁੱਛੋ, ਜੋ ਕਹੋਗੇ ਮੈਂ ਜਵਾਬ ਦੇਣ ਨੂੰ ਤਿਆਰ ਹਾਂ। ਮੈਂ ਪੁੱਛ ਰਿਹਾ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਕੀ ਬੀਜੇਪੀ ਮੰਨਦੀ ਹੈ ਕਿ ਇਹਨਾਂ ਦਾ ਦੋਸ਼ ਹੈ? ਦੇਖੋ, ਇਹ ਜਿਹੜਾ ਪਹਿਲਾਂ ਤੁਸੀਂ ਜਿਵੇਂ ਕਿਹਾ ਮੈਟਰ ਸਬ ਜੁਡੀਸ ਹੈ, ਬੜਾ ਸੋਚ ਕੇ ਇਹਦੇ ਵਿੱਚ ਬੋਲਣਾ ਚਾਹੀਦਾ ਹੈ। ਮੈਂ ਉਸੇ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰਦਾ, ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਉਹ ਸਿੱਟ ਨੇ ਕੀਤੀ ਹੈ, ਉਹ ਸਿੱਟ ਨੂੰ ਪਤਾ ਹੈ ਵੀ ਕੀ ਹੋਇਆ। ਨਾ ਤਾਂ ਸਾਡੇ ਕੋਲ ਚਲਾਨ ਆਇਆ ਹਾਲ ਤੱਕ, ਨਾ ਅਸੀਂ ਇਨਵੈਸਟੀਗੇਸ਼ਨ ਵਾਲੇ ਬੰਦਿਆਂ ਨੂੰ ਮਿਲੇ ਆ, ਨਾ ਸਾਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ। ਗੱਲ ਇਹ ਹੈ ਵੀ ਜੋ ਇਨਵੈਸਟੀਗੇਸ਼ਨ ਹੋਈ ਹੈ, ਜੋ ਚਲਾਨ ਪੇਸ਼ ਹੋਇਆ ਹੈ, ਉਹ ਤੇ ਹੁਣ ਅੱਗੇ ਡਿਪੈਂਡ ਕਰਦਾ ਹੈ ਕਿ ਕੀ ਸਬੂਤ ਉਹ ਸਹੀ ਤਰ੍ਹਾਂ ਸਬੂਤ ਇਕੱਠੇ ਕੀਤੇ ਗਏ, ਜਾਂ ਜਿਵੇਂ ਕੁੰਵਰ ਵਿਜੇ ਪ੍ਰਤਾਪ ਜੀ ਕਹਿ ਰਹੇ ਨੇ ਕਿ ਆਈ ਵਾਸ਼ ਹੋ ਰਿਹਾ। ਇਹ ਤਾਂ ਗੱਲਾਂ ਜਦੋਂ ਸਾਹਮਣੇ ਆਉਣਗੀਆਂ ਵਕੀਲ ਕਰਨਗੇ। ਚਲੋ ਮੈਂ ਸਧਾਰਨ ਸਵਾਲ ਕਰ ਲੈਣਾ ਚੰਨੀ ਸਾਹਿਬ, ਮੈਂ ਗਲਤੀ ਨਾਲ ਸਵਾਲ ਕਰ ਬੈਠਾ ਤੁਹਾਨੂੰ। ਉਹ ਚੰਨੀ ਸਾਹਿਬ, ਜਿਹੜਾ ਰਾਮ ਰਹੀਮ ਹੈ, ਰਾਮ ਰਹੀਮ ਦਾ ਰੋਲ ਹੈਗਾ ਬੇਅਦਬੀ ਦੇ ਵਿੱਚ? ਦੇਖੋ, ਜਿੱਥੋਂ ਤੱਕ ਰਿਪੋਰਟਾਂ ਆ ਰਹੀਆਂ ਨੇ, ਜੋ ਹਾਲਾਤ ਨੇ, ਉਹਨਾਂ 'ਚ ਤਾਂ ਲੱਗਦਾ ਵੀ ਉਹਦਾ ਰੋਲ ਹੈਗਾ। ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਣਾ ਚਾਹੀਦਾ ਰਾਮ ਰਹੀਮ ਨੂੰ। ਇਹ ਤਾਂ ਉਹ ਜਿਹੜੀ ਟੀਮ ਹੈ, ਸਿੱਟ ਹੈ,
ਉਹਨੇ ਦੇਖਣਾ ਵੀ ਉਹਦਾ ਇਹਦੇ ਨਾਲ ਕੋਈ ਕੰਸਰਨ ਹੈ, ਲਿਆਉਣ ਦੀ ਲੋੜ ਹੈ। ਸਰ ਤੁਸੀਂ ਡਿਮਾਂਡ ਵੀ ਨਹੀਂ ਕਰਦੇ ਪਏ ਚੰਨੀ ਸਾਹਿਬ, ਤੁਸੀਂ ਡਿਮਾਂਡ ਵੀ ਕਰਨੀ ਛੱਡ ਗਏ। ਤੁਸੀਂ ਡਿਮਾਂਡ ਵੀ ਨਹੀਂ ਕਰਦੇ ਪਏ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਣਾ ਚਾਹੀਦਾ ਰਾਮ ਰਹੀਮ ਨੂੰ, ਜਾਂ ਡਿਮਾਂਡ ਵਾਜਿਬ ਨਹੀਂ ਹੈ? ਡਿਮਾਂਡ ਤਾਂ ਜੋ ਕੇਸ ਹੈਗਾ, ਜੋ ਸਿੱਟ ਹੈਗੀ ਹੈ, ਜੇ ਉਹਨੂੰ ਲੋੜ ਹੋਊਗੀ ਤਾਂ ਲਿਆਵੇ, ਸਾਨੂੰ ਇਤਰਾਜ਼ ਕੋਈ ਨਹੀਂ। ਚਲੋ ਜੇ ਕਾਨੂੰਨ ਦੀ ਡਿਮਾਂਡ ਦੀ ਲੋੜ ਹੈ ਤਾਂ ਲਿਆ ਕੇ ਕਰਨ। ਅਸੀਂ ਨੂੰ ਦੋਸ਼ ਮੁਕਤ ਨਹੀਂ ਕਰ ਰਹੇ, ਬੀਜੇਪੀ ਕੋਈ ਦੋਸ਼ ਮੁਕਤ ਨਹੀਂ ਕਰਦੀ ਰਾਮ ਰਹੀਮ ਨੂੰ, ਕਿਉਂਕਿ ਉਹਨੂੰ ਸਰਕਾਰ ਨੇ ਜੇ ਕੋਰਟ ਨੇ ਸਜ਼ਾ ਦਿੱਤੀ ਹੈ, ਉਹਨੂੰ ਉਹਦੇ ਕੋਈ ਦੋਸ਼ ਹੋਊਗਾ ਤਾਂ ਉਹਨੂੰ ਸਜ਼ਾ ਮਿਲੀ ਹੈ। ਚਲੋ ਮੈਂ ਥੋੜਾ ਬ੍ਰੇਕ ਲੈ ਲਵਾਂ ਚੰਨੀ ਸਾਹਿਬ, ਵਾਪਸ ਆਊਂਗਾ। ਅੱਜ ਇਹਨਾਂ ਸਾਰੇ ਮਹਿਮਾਨਾਂ ਨੂੰ ਸੁਣਨਾ ਤੇ ਫੈਸਲਾ ਤੁਸੀਂ ਕਰਨਾ ਕਿ ਬਚ ਜਾਣਗੇ ਬਾਦਲ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕੋਟਕਪੂਰਾ ਗੋਲੀकांड 'ਚ ਬਾਦਲਾਂ ਦੀ ਅਗਾਊਂ ਜ਼ਮਾਨਤ ਤੇ ਸਿਆਸਤ ਕਿਉਂ ਤਪੀ? ਗੁਰਵਿੰਦਰ ਸਿੰਘ ਮਹਿੰਦੀ ਰੱਤਾ ਜੀ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹ ਰਿਹਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਕਰੈਕਟ ਕਰ ਦਿਓ। ਮਹਿੰਦੀ ਰੱਤਾ ਜੀ, ਮੈਨੂੰ ਇਹ ਲੱਗਦਾ ਬਹਿਬਲ ਕਲਾ ਗੋਲੀकांड ਨਾਲੋਂ ਕੋਟਕਪੂਰਾ ਗੋਲੀकांड ਨੂੰ ਜ਼ਿਆਦਾ ਵੱਡੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਮੈਂ ਗਲਤ ਆ ਤਾਂ ਗਲਤ ਕਹਿ ਦਿਓ ਮਹਿੰਦੀ ਰੱਤਾ ਜੀ। ਦੂਜਾ ਸਵਾਲ ਮੇਰਾ ਨਾਲ ਹੀ ਹੈ, ਕੋਟਕਪੂਰਾ ਗੋਲੀकांड 'ਚ ਵਾਪਰਿਆ ਕੀ ਸੀਗਾ? ਕੇਪੀ ਸਿੰਘ ਜੀ, ਪਹਿਲਾਂ ਤਾਂ ਤੁਹਾਡੀ ਇਸ ਗੱਲ ਦਾ ਜਵਾਬ ਦੇਦਾ, ਵੱਡੀ ਜਾਂ ਛੋਟੀ ਕੋਈ ਘਟਨਾ ਨਹੀਂ, ਦੋਵੇਂ ਬਰਾਬਰ ਘਟਨਾਵਾਂ ਨੇ। ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਸੀ ਅਤਿਆਚਾਰ ਢਾਇਆ ਗਿਆ। ਬੇਸ਼ੱਕ ਮੇਰੇ ਵੀਰ ਇਕਬਾਲ ਸਿੰਘ ਚੰਨੀ ਕਹਿੰਦੇ ਨੇ ਕਿ ਬੀਜੇਪੀ ਦਾ ਥੋੜਾ ਜਿਹਾ ਰੋਲ ਸੀ, ਸੈਂਟਰ ਦੇ ਵਿੱਚ ਭਾਈਵਾਲੀ, ਪੰਜਾਬ ਦੇ ਵਿੱਚ ਭਾਈਵਾਲੀ, ਫਿਰ ਛੋਟਾ ਰੋਲ ਕਿਵੇਂ ਰਹਿ ਗਿਆ? ਜਦੋਂ ਇੱਕ ਦੂਜੇ ਤੋਂ ਪੁੱਛੇ ਬਿਨਾਂ ਇਹਨਾਂ ਨੇ ਕੋਈ ਕੰਮ ਹੀ ਨਹੀਂ ਕਰਨਾ, ਫਿਰ ਛੋਟਾ ਰੋਲ ਕਿਵੇਂ ਰਹਿ ਗਿਆ? ਅੱਜ ਇਹਨਾਂ ਨੂੰ ਲਿਪਾ ਪੋਤੀ ਨਹੀਂ ਕਰਨੀ ਚਾਹੀਦੀ। ਭਾਵੇਂ ਮੇਰੇ ਵੀਰ ਪਰਮਵੀਰ ਸਿੰਘ ਨੇ, ਉਹ ਨਾਲ ਦੀ ਨਾਲ ਹਾਈ ਕੋਰਟ ਦੀ ਜੱਜਮੈਂਟ ਦਿਖਾਉਂਦੇ ਨੇ। ਜਦੋਂ ਰਮਨ ਚੰਦ ਜੀ ਕਹਿੰਦੇ ਨੇ ਕਿ ਉੱਥੇ ਦੋ ਗੁਰਜੀਤ ਸਿੰਘ ਬਿੱਟੂ ਤੇ ਕਿਸ਼ਨ ਭਗਵਾਨ ਸਿੰਘ ਦੀਆਂ ਮ੍ਰਿਤਕ ਦੇਹਾਂ ਚੋਂ ਜਿਹੜੀਆਂ ਗੋਲੀਆਂ ਕੱਢੀਆਂ ਉਹ ਟੈਂਪਰ ਕੀਤੀਆਂ ਗਈਆਂ, ਉਹ ਸਾਰਾ ਕੁਝ 164 ਦੇ ਬਿਆਨਾਂ 'ਚ ਹੈ। ਉਹ ਚੀਜ਼ਾਂ ਕਿਉਂ ਨਹੀਂ ਦਿਖਾਉਂਦੇ? ਜੇ ਲਿਆਉਣ ਤਾਂ ਸਾਰਾ ਕੁਝ ਦਿਖਾਉਣ ਨਾ। ਮੈਂ ਸਾਰੀ ਗੱਲ ਉਹ ਕਰਦਾ ਜੋ ਚਲਾ ਰਿਪੋਰਟਾਂ ਦੇ ਵਿੱਚ ਦਿੱਤਾ ਜਾ ਚੁੱਕਾ ਹੈ। ਪਹਿਲਾਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ, ਉਹ ਇਹਨਾਂ ਨੇ ਬਣਾਇਆ ਸੀ, ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ। ਉਹਨਾਂ ਦੀ ਰਿਪੋਰਟ ਲਾਗੂ ਕਰਨੀ ਤਾਂ ਦੂਰ ਦੀ ਗੱਲ, ਰਿਸੀਵ ਵੀ ਨਹੀਂ ਕੀਤੀ, ਰਿਸੀਵ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਅੱਜ ਜੇਕਰ ਕਾਂਗਰਸ ਕੱਛਾ ਵਜਾਵੇ, ਅਕਾਲੀ ਭਾਜਪਾ ਗੱਠਜੋੜ ਕੱਛਾ ਵਜਾਵੇ ਜਾਂ ਆਮ ਆਦਮੀ ਪਾਰਟੀ ਵਾਲੇ ਕੱਛਾ ਵਜਾਉਣ, ਨਹੀਂ, ਇਸ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਨੇ, ਕਿਸੇ ਗੁਰੂ ਦਾ ਮਾਮਲਾ, ਕਿਸੇ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ। ਇਸ ਲਈ ਜੇ ਮੈਨੂੰ 5 ਮਿੰਟ ਦਿਓ ਤਾਂ ਮੈਂ ਬੜਾ ਕੁਝ ਕਹਿਣਾ ਚਾਹੁੰਦਾ, ਪਰ ਬਾਕੀ ਕੇਪੀ ਸਿੰਘ ਜੀ, ਮੈਂ ਅਨੁਸ਼ਾਸਨ ਦੀ ਪਾਲਣਾ ਕਰਨ ਵਾਲਾ, ਮੈਨੂੰ ਜੋ ਸਵਾਲ ਕਰੋਗੇ ਮੈਂ ਉਹਦੇ ਜਵਾਬ ਦੇਵਾਂਗਾ। ਮੈਂ ਇੱਕ ਸਵਾਲ ਕਰਨਾ ਚਾਹੁੰਦਾ ਮਹਿੰਦੀ ਰੱਤਾ ਜੀ, ਮੈਂ ਮਹਿੰਦੀ ਰੱਤਾ ਜੀ ਇੱਕ ਸਵਾਲ ਕਰਨਾ ਚਾਹੁੰਦਾ। ਕੋਟਕਪੂਰਾ ਗੋਲੀकांड ਦਾ ਮੁੱਦਾ ਅੱਜ ਸਾਡੇ ਸਾਹਮਣੇ ਪਿਆ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਬੇਅਦਬੀ, ਕੋਟਕਪੂਰਾ ਗੋਲੀकांड ਤੇ ਬਹਿਬਲ ਕਲਾ ਗੋਲੀकांड ਇਹਨਾਂ ਨੂੰ ਵੱਖ-ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ ਦੇਖਿਆ ਜਾ ਸਕਦਾ, ਬਿਲਕੁਲ ਬਿਲਕੁਲ, ਇਹ ਵੱਖ-ਵੱਖ ਹੋ ਹੀ ਨਹੀਂ ਸਕਦੇ। ਹਾਂ, ਮੈਂ ਬਾਕੀ ਪੈਨਲਿਸਟ ਨੂੰ ਰੋਕ ਰਿਹਾ 2 ਮਿੰਟ ਲਈ। ਮਹਿੰਦੀ ਰੱਤਾ ਜੀ, 2 ਮਿੰਟ ਵਿੱਚ ਮੈਨੂੰ ਦੱਸੋ, ਕੋਟਕਪੂਰਾ ਗੋਲੀकांड ਵਿੱਚ ਇਹਨਾਂ ਦੀ ਭੂਮਿਕਾ ਕੀ ਰਹੀ ਹੈ ਜਿਨ੍ਹਾਂ ਤੇ ਐਡੇ ਵੱਡੇ ਇਲਜ਼ਾਮ ਲੱਗੇ ਪਏ ਆ? ਰਣਬੀਰ ਸਿੰਘ ਖੱਟੜਾ ਦੀ ਗੱਲ ਚੱਲੀ ਹੈ। ਅਕਾਲੀ ਭਾਜਪਾ ਗੱਠਜੋੜ ਸਰਕਾਰ ਵਾਲੇ ਬੇਸ਼ੱਕ ਆਪਣੀ ਪਿੱਠ ਥਪਥਪਾਈ ਜਾਣ ਕੇ ਰਣਬੀਰ ਸਿੰਘ ਖੱਟੜਾ DIG ਅਸੀਂ ਲਾਇਆ ਸੀ, ਪਰ ਉਹਨੂੰ ਚੁੱਪ ਕਿਉਂ ਕਰਾ ਦਿੱਤਾ ਗਿਆ? 1 ਜੂਨ 2018 ਨੂੰ ਭਾਈ ਧਿਆਨ ਸਿੰਘ ਮਨ ਦੀ ਅਗਵਾਈ 'ਚ ਬਰਗਾੜੀ ਇਨਸਾਫ ਮੋਰਚੇ ਦਾ ਜਦੋਂ ਸ਼ੁਰੂਆਤ ਹੁੰਦੀ ਹੈ ਤਾਂ ਉਸ ਵੇਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕਰਨ ਦੀ ਮਜਬੂਰੀ ਬਣ ਜਾਂਦੀ ਹੈ ਕੈਪਟਨ ਸਰਕਾਰ ਦੀ। ਉਸ ਵੇਲੇ DIG ਰਣਬੀਰ ਸਿੰਘ ਖੱਟੜਾ ਨੂੰ ਐਕਟਿਵ ਕੀਤਾ ਜਾਂਦਾ। ਜੇਕਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੋਂ 3 ਸਾਲ ਬਾਅਦ ਉਹ ਐਕਟਿਵ ਹੋ ਰਹੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਦਾ ਕਸੂਰ ਸੀ। ਉਹਨੂੰ ਤੁਸੀਂ ਅਣਗਹਿਲੀ ਮੰਨੋ, ਉਹਨੂੰ ਲਾਪਰਵਾਹੀ ਮੰਨੋ, ਉਹਨੂੰ ਮਿਲੀ ਭੁਗਤ ਮੰਨੋ, ਜਾਂ ਉਹਨਾਂ ਨੂੰ ਸਰਪ੍ਰਸਤੀ ਮੰਨੋ ਕਿ ਦੋਸ਼ੀਆਂ ਦੀ ਸਰਪ੍ਰਸਤੀ ਕਰ ਰਹੇ ਸਨ। ਤੁਸੀਂ ਕਹਿੰਦੇ ਹੋ ਕਿ ਕੋਟਕਪੂਰੇ ਹੋਇਆ ਕੀ? ਮੈਂ ਉੱਥੇ ਹਾਜ਼ਰ ਸੀ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜੀ। 12 ਅਕਤੂਬਰ 2015 ਨੂੰ ਜਦੋਂ ਬੇਅਦਬੀ ਕਾਂਡ ਵਾਪਰਦਾ ਤਾਂ ਇੱਥੇ ਆ ਕੇ ਮੋਰਚਾ ਲੱਗ ਜਾਂਦਾ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਦੇ ਵਿੱਚ। ਬਿਲਕੁਲ ਠੀਕ ਹੈ। ਭਾਈ ਪਰਮਜੀਤ ਸਿੰਘ, ਗਿਆਨੀ ਕੇਵਲ ਸਿੰਘ, ਰਣਜੀਤ ਸਿੰਘ ਢੱਡਰੀਆਂ ਵਾਲੇ, ਹਰਜਿੰਦਰ ਸਿੰਘ ਮਾਝੀ, ਦਾਦੂਵਾਲ ਸਾਹਿਬ, ਮਨ ਸਾਹਿਬ, ਅਮਰੀਕ ਸਿੰਘ ਨਾਲ ਮੈਂ ਨਿਰੇ ਨਾਂ ਲੈ ਸਕਦਾ, ਜਿਨ੍ਹਾਂ ਦੀ ਅਗਵਾਈ 'ਚ ਤੇ ਸਾਰੀਆਂ ਬੇਸ਼ੱਕ ਉਹਨਾਂ ਦੀ ਵਿਚਾਰਧਾਰਾ ਵੱਖੋ ਵੱਖਰੀ ਸੀ, ਪਰ ਇਸ ਮੁੱਦੇ ਤੇ ਸਾਰੇ ਇੱਕੋ ਗੱਲ ਤੇ ਵਜਿਦ ਸਨ ਕਿ ਸਾਨੂੰ
ਬਹੁਤ ਚਿਰ ਹੋ ਗਿਆ, 1 ਜੂਨ ਤੋਂ ਅੱਜ ਤੱਕ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ, ਸਾਨੂੰ ਇਨਸਾਫ ਨਹੀਂ ਮਿਲਿਆ। ਹੁਣ ਜਦੋਂ ਤੱਕ ਤੁਸੀਂ ਦੋਸ਼ੀਆਂ ਨਹੀਂ ਫੜਦੇ ਉਦੋਂ ਤੱਕ ਅਸੀਂ ਇੱਥੋਂ ਉੱਠਦੇ ਨਹੀਂ। 13 ਅਕਤੂਬਰ ਨੂੰ ਸਵੇਰ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਪੁਲਿਸ ਚੁੱਕ ਕੇ ਲੈ ਜਾਂਦੀ ਆ ਸਾਰਿਆਂ ਨੂੰ। ਸਵੇਰ ਹਜੇ ਦਿਨ ਨਹੀਂ ਚੜਿਆ ਹੁੰਦਾ, ਉਦੋਂ ਵੀ ਮੈਂ ਹਾਜ਼ਰ ਸੀ। ਜਦੋਂ ਸਾਰਿਆਂ ਨੂੰ ਚੁੱਕ ਕੇ ਲੈ ਜਾਂਦੀ ਹੈ ਤਾਂ ਦੂਰ ਦੂਰ 20-20, 30-30 ਕਿਲੋਮੀਟਰ ਦੂਰ ਜਾ ਕੇ ਥਾਣਿਆਂ 'ਚ ਜਾਂ ਪੁਲਿਸ ਚੌਂਕੀਆਂ 'ਚ ਬੰਦ ਕਰ ਦਿੱਤੇ ਜਾਂਦੇ ਨੇ। ਜਦੋਂ ਫਿਰ ਮੋਰਚਾ ਲੱਗਦਾ, ਹੋਰ ਜਥੇਬੰਦੀਆਂ ਨੂੰ ਪਤਾ ਲੱਗਦਾ, ਉਸ ਤੇ ਇਸ ਮੋਰਚੇ ਦਾ 1 ਕਿਲੋਮੀਟਰ ਦਾ ਫਰਕ ਹੈ। ਉਹ ਬਾਬਾ ਦਿਆਲ ਸਿੰਘ ਤਿੰਨਕੋਣੀ ਚੌਂਕ 'ਚ ਲੱਗਦਾ ਹੈ, ਇਹ ਬੱਤੀਆਂ ਵਾਲਾ ਚੌਂਕ ਸੀ। ਪਰ ਫਿਰ ਪੁਲਿਸ ਦੀ ਮਜਬੂਰੀ ਬਣ ਜਾਂਦੀ ਹੈ ਉਹਨਾਂ ਨੂੰ ਛੱਡਣ ਦੀ। ਉਹ ਫਿਰ ਜਦੋਂ ਆ ਕੇ ਬੈਠਦੇ ਨੇ ਤਾਂ 14 ਤਰੀਕ ਨੂੰ ਸਵੇਰ 6:30 ਵਜੇ ਸ਼ਾਂਤਮਈ ਧਰਨੇ ਤੇ ਬੈਠੇ ਨੇ, ਕਿਸੇ ਪ੍ਰਕਾਰ ਦਾ ਰੋਲਾ ਰੱਪਾ ਨਹੀਂ। ਹੁਣ ਜਿਹੜੇ ਮੇਰੇ ਵੀਰ ਪਰਮਵੀਰ ਸਿੰਘ ਬਾਠ ਗੱਲ ਕਰ ਰਹੇ ਨੇ ਹਰਜੀਤ ਸਿੰਘ ਸੰਧੂ SDM ਦੀ, ਉਹਨਾਂ ਦੀ ਅਖਬਾਰ ਦੇ ਵਿੱਚ ਫੋਟੋ ਛਪੀ ਕਿ ਅਗਲੇ ਦਿਨ ਸੜਕ ਕਿਨਾਰੇ ਉਹਨਾਂ ਤੋਂ ਬੈਠ ਕੇ ਪ੍ਰਵਾਨਗੀ ਵਾਲੇ ਪੱਤਰ ਤੇ ਦਸਤਖਤ ਕਰਾਏ ਜਾ ਰਹੇ ਨੇ ਕਿ ਸਾਰਾ ਕੁਝ। ਚਲੋ ठीक है, मैं यही सवाल लूँगा। परमवीर सिंह मैं एक मिनट आ रहा मेरी रता जी, SDM की रिपोर्ट का जिक्र किया उन्होंने, SDM की जी अखबार सुर्खी लगी उसका जिक्र किया। परमवीर जी देखो, मैं तो एक गल कहांगा, मैं तो बड़ा हैरान आ भी मेहंदी रत्ता साहब को इन्ना एविडेंस है तो सिट नूं बार-बार पब्लिकेशन क्यों करनी पै रही है भी जे कोई हैगा ते आके दो ते मेहंदी सब ਤੁਹਾਨੂੰ ਕੀ ਪਤਾ परमवीर जी SIT ਕੋਲੇ जाके आए होण, ਤੁਹਾਨੂੰ ਕੀ पता? मैं तो ਉਹੀ ਕਹਿ ਰਿਹਾ ਨਾ ਜੀ, then he should be the part of the, ਔਰ ਜਦੋਂ ਮੈਟਰ ਕੋਰਟ ਦੇ ਵਿੱਚ ਸਬਜੂਡਾਈਜ਼ ਹੈ ਤੇ ਐਵੀਡੈਂਸ ਜਿਹੜਾ ਹੈਗਾ ਸਾਨੂੰ ਚੈਨਲ ਤੇ ਨਹੀਂ ਡਿਸਕਸ ਕਰਨਾ ਚਾਹੀਦਾ। ਐਸ ਪਰ ਲਾਅ ਸਾਨੂੰ ਕੋਰਟ ਵਿੱਚ ਜਾਣਾ ਚਾਹੀਦਾ। ਔਰ ਦੂਸਰੀ ਗੱਲ ਦੇਖੋ, ਜਿਹੜੀ ਹਾਈ ਕੋਰਟ ਸਾਰੋ ਪਬਲਿਕ ਡੋਮੇਨ ਵਿੱਚ ਖਬਰ ਪਈ SDM ਸਾਹਿਬ ਦੀ। परमवीर जी ਸਰ ਮੇਰੀ ਹੁਣ ਇੱਕ ਗੱਲ ਕੰਪਲੀਟ ਕਰ ਲੈਣ ਦਿਓ। ਜੇ ਉਹ ਖਬਰ ਸੀ ਹਾਈ ਕੋਰਟ ਦੇ ਵਿੱਚ ਮਹਿੰਦੀ ਰੱਤਾ ਸਾਹਿਬ ਨੂੰ ਪਾਰਟੀ ਬਣਨਾ ਚਾਹੀਦਾ ਸੀ। ਹਾਈ ਕੋਰਟ ਨੇ ਜੋ ਆਰਡਰ ਦਿੱਤਾ ਇਹਦਾ ਮਤਲਬ ਇਹ ਕਹਿ ਰਹੇ ਨੇ, ਸਿੱਧਾ ਹੀ ਕਹਿ ਰਹੇ ਨੇ ਵੀ ਇਹ ਜਿਹੜਾ ਆਰਡਰ ਹਾਈ ਕੋਰਟ ਨੇ ਦਿੱਤਾ ਉਹ ਗਲਤ ਦਿੱਤਾ। ਜੇ ਮਹਿੰਦੀ ਰੱਤਾ ਸਾਹਿਬ ਜੋ ਹਾਈ ਕੋਰਟ ਦੇ ਵਿੱਚ ਆ ਰਿਹਾ ਹੈ ਤਾਂ ਇਹ ਕਹਿ ਰਹੇ ਨੇ ਵੀ ਉਹ ਗਲਤ ਦਿੱਤਾ। ਜੇ ਚੈਲੰਜ ਸੁਣ ਲਈ ਇੱਕ ਮਿੰਟ, ਮਹਿੰਦੀ ਰੱਤਾ ਕੁਝ ਕਹਿਣਾ ਚਾਹੁੰਦਾ। ਮਹਿੰਦੀ ਰੱਤਾ ਬੋਲਿਓ। ਮੈਂ ਜਵਾਬ ਦਿੰਦਾ KP ਸਿੰਘ ਜੀ। ਅਰਸ਼ਦੀਪ ਸਿੰਘ ਮੇਰੇ ਛੋਟੇ ਵੀਰ, ਪਰਮਵੀਰ ਸਿੰਘ ਸੌਰੀ, ਇਹ ਥੋੜਾ ਜਿਹਾ ਵਿਸ਼ੇ ਤੋਂ ਪਾਸੇ ਜਾ ਰਹੇ ਨੇ। ਵਿਸ਼ੇ ਵਾਲੀ ਗੱਲ ਤੇ ਆਉਣ, ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਗਠਨ ਹੁੰਦਾ, IG ਇਕਬਾਲਪ੍ਰੀਤ ਸਿੰਘ ਸੋਤਾ ਦੀ ਅਗਵਾਈ ਵਾਲੀ SIT ਦਾ ਗਠਨ ਹੁੰਦਾ, ਜਸਟਿਸ ਮਾਰਕੰਡੇ ਕਾਰਜੂ ਜਿਹੜੇ ਸੇਵਾ ਮੁਕਤ ਜਸਟਿਸ ਨੇ, ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ, ਉਹਨਾਂ ਦੀ ਅਗਵਾਈ 'ਚ ਪੀਪਲਜ਼ ਕਮਿਸ਼ਨ ਦਾ ਗਠਨ ਹੁੰਦਾ, ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਦਾ ਗਠਨ ਹੁੰਦਾ, IG ਕੁਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਿੱਟ ਦਾ ਗਠਨ ਹੁੰਦਾ, ਰਣਬੀਰ ਸਿੰਘ ਖੱਟੜਾ ਦੀ DIG ਵਾਲੀ ਦਾ, ਹੁਣ LK ਯਾਦਵ ਨੇ, ਜਾਂ ਉਧਰ ਨੌ ਨਿਹਾਲ ਸਿੰਘ ਬਹਿਬਲ ਗੋਲੀकांड ਦੀ। ਇਹ ਸਾਰੀਆਂ ਸਿੱਟਾਂ ਦੇ ਪੀੜਤ ਪਰਿਵਾਰ ਮੈਨੂੰ ਮਿਲੇ ਨੇ। ਮਹਿੰਦੀ ਰੱਤਾ ਜੀ SIT ਕੋਲੇ ਤੁਸੀਂ ਵੀ ਗਏ ਸੀ ਮਹਿੰਦੀ ਰੱਤਾ ਜੀ? SIT ਨੇ ਜੋ ਮੇਰੇ ਤੋਂ ਮੰਗਿਆ, ਕਿਉਂਕਿ ਇੱਕ ਜ਼ਿੰਮੇਵਾਰ ਪੱਤਰਕਾਰ ਹੋਣ ਨਾਤੇ ਜੋ ਕੁਝ ਮੈਂ ਅਖਬਾਰਾਂ 'ਚ ਲਿਖਦਾ ਰਿਹਾ ਮੈਂ ਸਟੈਂਡ ਕਰਦਾ। ਫੁੱਲ ਪੇਜ ਦੇ ਮੇਰੇ ਪੇਜ ਪੂਰੇ ਲੇਖ ਲੱਗਦੇ ਰਹੇ, ਆਰਟੀਕਲ ਲੱਗਦੇ ਰਹੇ, ਨਿੱਕੀ ਗੱਲ ਮੈਨੂੰ ਮੂੰਹ ਜ਼ਬਾਨੀ ਯਾਦ ਹੈ। ਠੀਕ ਹੈ ਵਾਪਸ ਆਉਂਗਾ। ਰਮਨ ਚਾਂਦੀ ਹੁਣ ਇਸ ਕੇਸ ਵਿੱਚ ਉਹ ਹਾਈ ਕੋਰਟ ਜਾਣਗੇ? ਦੇਖੋ, ਕੋਈ ਵੀ ਕਿਸੇ ਵੀ ਕੇਸ 'ਚ ਅਕਿਊਜ਼ਡ ਹੁੰਦਾ, ਇਹ ਕਾਨੂੰਨੀ ਪ੍ਰੋਸੈਸ ਹੈ। ਉਹਨਾਂ ਹਾਈ ਕੋਰਟ ਜਾਣਾ, ਜ਼ਮਾਨਤ ਮਿਲਣਾ ਨਾ ਮਿਲਣਾ ਇਹ ਕਾਨੂੰਨ ਨੇ ਦੇਖਣਾ ਹੈ। ਲੇਕਿਨ ਮੈਂ ਇੱਥੇ ਇਹ ਜ਼ਰੂਰ ਕਹਿਣਾ ਚਾਹੁੰਦਾ ਇੱਕ ਗੱਲ, ਦੇਖੋ ਬੇਅਦਬੀ ਦੀ ਘਟਨਾ ਸਾਲ 1986 ਦੇ ਵਿੱਚ ਨਕੋਦਰ 'ਚ ਪਹਿਲੀ ਵਾਰ ਹੁੰਦੀ ਹੈ, ਜਿੱਥੇ 4 ਵਿਅਕਤੀਆਂ ਦਾ ਕਤਲ ਹੋ ਜਾਂਦਾ ਹੈ। ਅਕਾਲੀ ਦਲ ਦੀ ਸਰਕਾਰ ਉਸ ਸਮੇਂ ਵੀ ਧਰਨਾ ਪ੍ਰਦਰਸ਼ਨ ਬਹੁਤ ਹੋਏ। ਉਸ ਸਮੇਂ ਅਕਾਲੀ ਦਲ ਦੀ ਸਰਕਾਰ 'ਚ ਜਿਹੜੀ ਗੱਲ ਸਾਰਿਆਂ ਨਾਲੋਂ ਵੱਡੀ ਹੈ, ਕੈਪਟਨ ਅਮਰਿੰਦਰ ਸਿੰਘ ਜੀ ਮੰਤਰੀ ਹੋਇਆ ਕਰਦੇ ਸਨ। ਜਦੋਂ ਉਸ ਸਮੇਂ ਸਿੱਖਾਂ ਨੂੰ ਨਿਆਂ ਨਹੀਂ ਮਿਲਿਆ ਤਾਂ ਹੁਣ ਕੀ ਮਿਲਣਾ ਸੀ? ਜਿਹੜੀ CBI ਨੂੰ ਸੁਖਬੀਰ ਬਾਦਲ ਜੀ ਵੱਲੋਂ ਫਟਾਫਟ CBI ਨੂੰ ਚੇਂਜ ਕਰ ਦਿੱਤਾ ਗਿਆ ਕੇਸ, ਕਿਉਂਕਿ ਸੈਂਟਰ ਦੇ ਵਿੱਚ ਇਹਨਾਂ ਦੀ ਆਪਣੀ ਉਹ ਸਰਕਾਰ ਸੀ ਇੱਕ ਤਰ੍ਹਾਂ ਦੀ। ਇਹ ਮਿਲੀ ਭੁਗਤ ਸੀਗੀ ਕਿ ਸਿੱਖਾਂ ਦੇ ਜ਼ਖਮਾਂ ਤੇ ਕਿਵੇਂ ਨਾ ਕਿਵੇਂ ਮੱਲਮ ਲਾਉਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਤਾਂ CBI ਤੋਂ ਜਾਂਚ ਕਰਾਈ ਹੈ। ਕੈਪਟਨ ਸਾਹਿਬ CBI ਤੋਂ ਵਾਪਸ ਲੈ ਲੈਂਦੇ ਨੇ। ਇਹ ਵੀ ਮਿਲੀ ਭੁਗਤ ਸੀ, ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ। ਸੋ ਇਹਨਾਂ ਗੱਲਾਂ ਕਰਕੇ 1 ਸਾਲ ਦੇ ਵਿੱਚ ਮਾਨ ਸਰਕਾਰ ਵੱਲੋਂ SIT ਦਾ ਗਠਨ ਕਰਕੇ ਸਾਰਾ ਕੁਝ ਚਾਰਜ ਕਰ ਦੇਣਾ, ਚਲਾਨ ਪੇਸ਼ ਕਰ ਦੇਣਾ, ਇਹ ਕੋਈ ਛੋਟੀ ਗੱਲ ਨਹੀਂ ਹੈ। ਰਮਨ ਚਾਂਦੀ SIT ਦਾ ਗਠਨ ਤੁਸੀਂ ਕੀਤਾ? ਰਮਨ ਚਾਂਦੀ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਜੋ ਫਿਰ ਐ ਨਾ ਕੋਈ ਪਿਓਰਲੀ ਪੋਲਿਟਿਕਸ ਹੈ ਜੋ ਤੁਸੀਂ ਐ ਕਹਿੰਦੇ ਹੋ
ਜੇ ਤੁਸੀਂ ਐਂ ਕਹਿੰਦੇ ਪਿਓਰਲੀ ਪੋਲਿਟਿਕਸ ਆ ਇਹ। ਇਕਬਾਲ ਸਿੰਘ ਚੰਨੀ ਇਸ ਖੇਡ ਨੂੰ ਫੁੱਟਬਾਲ ਬਣਾਇਆ ਗਿਆ? ਮਾਫ ਕਰਨਾ, ਮੈਨੂੰ ਇਹੋ ਜਿਹਾ ਸਵਾਲ ਕਰਨਾ ਪੈ ਰਿਹਾ। ਚੰਨੀ ਸਾਹਿਬ ਇਸ ਮਸਲੇ ਨੂੰ ਫੁੱਟਬਾਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਦੇ ਇੱਧਰ ਕਦੇ ਉੱਧਰ? ਦੇਖੋ ਜਿਹੜੀ ਇਹ ਕੇਸ ਹੋਇਆ ਬੜਾ ਮੰਦਭਾਗਾ ਹੈ, ਹਰ ਸਿੱਖ ਇਸ ਤੋਂ ਦੁਖੀ ਹੈ। ਇਹ ਪੰਜਾਬ 'ਚ ਇਹੋ ਜਿਹਾ ਹਾਲਾਤ ਕਦੇ ਵੀ ਨਹੀਂ ਹੋਏ ਜਿਹੜੇ ਇਸ ਕੇਸ ਕਾਰਨ ਹੋਏ, ਤੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਪਬਲਿਕ ਨੇ ਸਜ਼ਾ ਵੀ ਦਿੱਤੀ ਤੇ ਉਹ ਸੁਣਾ ਵੀ ਪਿਆ। ਪਰ ਜਿਹੜੀ ਗੱਲ ਮਹਿੰਦਰ ਜੀ ਨੇ ਕਿਹਾ, ਮੈਂ ਬੜੇ ਸਤਿਕਾਰਯੋਗ ਨੇ, ਮੈਂ ਇਹ ਨਹੀਂ ਕਿਹਾ ਵੀ ਬੀਜੇਪੀ ਦਾ ਕੋਈ ਛੋਟਾ ਰੋਲ ਹੈ। ਮੈਂ ਕਿਹਾ ਬੀਜੇਪੀ ਛੋਟੀ ਭਾਈਵਾਲ ਹੈ, ਬੀਜੇਪੀ ਦਾ ਕੋਈ ਰੋਲ ਨਹੀਂ। ਬੀਜੇਪੀ ਕੋਲ ਹੋਮ ਮਿਨਿਸਟਰੀ ਨਹੀਂ ਸੀ, ਪੁਲਿਸ ਦਾ ਕੋਈ ਕੰਟਰੋਲ ਨਹੀਂ ਸੀ, ਕੋਈ ਇਨਵੈਸਟੀਗੇਸ਼ਨ। ਚੰਨੀ ਸਾਹਿਬ ਬੀਜੇਪੀ ਦਾ ਰੋਲ ਵੱਡਾ ਹੋ ਸਕਦਾ, ਚੰਨੀ ਸਾਹਿਬ ਬੀਜੇਪੀ ਦਾ ਰੋਲ ਵੱਡਾ ਹੋ ਸਕਦਾ। ਇੱਥੇ ਬੈਠੇ ਆਂ ਤੁਸੀਂ ਕਹੋ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਓ, ਕਿਉਂ ਨਹੀਂ ਕਹਿੰਦੇ ਪਏ? ਤੁਸੀਂ ਖੁੱਲ ਕੇ ਕਹੋ ਨਾ। ਕਹਿੰਦੇ ਲੋੜਾਂ ਤੇ ਲੈ ਕੇ ਆਉਣ, ਨਹੀਂ ਲੋੜ ਹੈ ਤਾਂ ਕਿਉਂ ਨਹੀਂ, ਕਿਉਂ ਕਹਿ ਰਹੇ ਹੋ ਤੁਸੀਂ? ਇਹ ਕਿਉਂ ਨਹੀਂ ਕਹਿੰਦੇ ਲੋੜ ਹੈ? ਅਸੀਂ ਬਿਲਕੁਲ ਨਹੀਂ ਮਨਾ ਕਰਦੇ। ਹਾਂ ਸਾਡੀ ਜਗਮੀਤ ਢਿੱਲੋਂ ਤੁਹਾਡੇ ਸਾਰਿਆਂ ਦੀ ਮਜਬੂਰੀ ਕੀ ਹੈ? ਰਾਮ ਰਹੀਮ ਬਾਰੇ ਕਮੈਂਟ ਕਰਨਾ ਤੁਹਾਡੇ ਲਈ ਔਖਾ ਹੋ ਜਾਂਦਾ ਸਾਰਿਆਂ ਲਈ। ਜਗਮੀਤ ਸਿੰਘ ਢਿੱਲੋਂ ਜੀ ਦੇਖੋ ਮੈਂ ਆ ਰਿਹਾ, ਚੰਨੀ ਸਾਹਿਬ ਆ ਰਿਹਾ। ਜੀ ਬਿਲकुल ਨਹੀਂ, ਸ਼ਾयद ਬੀਜੇਪੀ ਦੀ ਇਹ ਮਜਬੂਰੀ ਹੋ ਸਕਦੀ ਹੈ, ਬਟ ਜਿਸ ਦਿਨ ਤੋਂ ਮਾਣਯੋਗ ਅਦਾਲਤ ਨੇ ਰਾਮ ਰਹੀਮ ਨੂੰ ਸਜ਼ਾ ਦਿੱਤੀ ਹੈ, ਜਦੋਂ ਤੋਂ ਦੋਸ਼ੀ ਕਰਾਰ ਹੋਏ ਨੇ, ਅਸੀਂ ਕਹਿ ਰਹੇ ਹਾਂ ਕਿ ਅਜਿਹੇ ਸ਼ਖਸਾਂ ਨੂੰ ਨਾ ਤਾਂ ਜਿਹੜਾ ਪੈਰੋਲ ਤੇ ਬਾਹਰ ਆਉਣਾ ਚਾਹੀਦਾ ਹੈ, ਤੇ ਇਹੋ ਜਿਹੇ ਸ਼ਖਸਾਂ ਨੂੰ ਉਹ ਜਿਹੜਾ ਕੇਸ ਹੈ, ਕਿਉਂਕਿ ਸਭ ਨੂੰ ਪਤਾ ਹੈ ਕਿ ਮੈਸੇਂਜਰ ਜਗਮੀਤ ਢਿੱਲੋਂ ਤੁਸੀਂ ਕੋਸ਼ਿਸ਼ ਕੀਤੀ ਸੀ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ? ਗਏ ਸੀ ਤੁਹਾਡੇ ਐਸਆਈਟੀ ਦੇ ਮੈਂਬਰ ਉੱਥੇ? ਕੀਤਾ ਕੀ ਉੱਥੇ ਜਾ ਕੇ? ਇਹ ਤਾਂ ਦੱਸ ਦਿਓ ਨਾ, ਕਮੀ ਕਿੱਥੇ ਸੀਗੀ? ਇਹ ਕਿਉਂ ਨਹੀਂ ਦੱਸਦੇ ਤੁਸੀਂ ਜਨਤਾ ਨੂੰ? ਜੀ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਸੀ, ਬਟ ਉਸ ਸਮੇਂ ਸਾਨੂੰ ਉਸ ਦੇ ਵਿੱਚ ਸਫਲਤਾ ਨਹੀਂ ਸੀ ਮਿਲੀ। ਕੌਣ ਗਿਆ ਸੀਗਾ ਉੱਥੇ? ਕੌਣ ਗਿਆ ਸੀਗਾ ਜਗਮੀਤ ਢਿੱਲੋਂ? ਉਸ ਸਮੇਂ ਦੇ ਐਸਆਈਟੀ ਮੈਂਬਰਸ ਜਿਹੜੇ ਗਏ ਸੀ, ਅਸੀਂ ਮਾਣਯੋਗ ਅਦਾਲਤ ਦੇ ਵਿੱਚ ਵੀ ਅਰਜ਼ੀਆਂ ਦਿੱਤੀਆਂ ਸੀ, ਬਟ ਸਾਨੂੰ ਰਾਮ ਰਹੀਮ ਦੀ ਪ੍ਰੋਡਕਸ਼ਨ ਵਾਰੰਟ ਨਹੀਂ ਸਨ ਮਿਲੇ। ਇੱਥੋਂ ਤੱਕ ਕਿ ਅਸੀਂ ਅਕਸ਼ੇ ਕੁਮਾਰ ਨੂੰ ਵੀ ਬੁਲਾਇਆ ਸੀ ਕਿ ਉਹਨੂੰ ਵੀ ਪੁੱਛ ਪੜਤਾਲ ਕੀਤੀ ਸੀ ਕਿ ਉਹਦੇ ਘਰ ਕੀ ਸੰਧੀ ਹੋਈ ਸੀ ਸੁਖਬੀਰ ਬਾਦਲ ਅਤੇ ਰਾਮ ਰਹੀਮ ਦੇ ਵਿੱਚ। ਅਸੀਂ ਹਰ ਖਾਈਲਾ ਕੋਸ਼ਿਸ਼ ਕੀਤੀ ਸੀ। ਐਂਡ ਇੱਕ ਗੱਲ ਹੋਰ ਮੈਂ ਕੇਪੀਜੀ ਪਰਮਵੀਰ ਜੀ ਨੇ ਕਹੀ ਸੀ ਸ਼ੁਰੂ ਵਿੱਚ ਕਿ ਸੁਖਬੀਰ ਸਿੰਘ ਬਾਦਲ ਵਿਦੇਸ਼ ਨੇ, ਉਹਨਾਂ ਦੀ ਇਨਵੋਲਵਮੈਂਟ ਨਹੀਂ। ਚਲੋ ਬਹੁਤ ਸਿਆਣੇ ਵਕੀਲ ਨੇ। ਇਹ ਅੱਜ ਕੱਲ ਵੀ ਜੋ ਪੰਜਾਬ ਵਿੱਚ ਹੋ ਰਿਹਾ, ਵਿਦੇਸ਼ਾਂ ਵਿੱਚ ਬੈਠੇ ਆਗੂਆਂ ਵੱਲੋਂ ਫੋਨਾਂ ਤੇ ਕਰਵਾਇਆ ਜਾ ਰਿਹਾ, ਚਾਹੇ ਖਾਲਿਸਤਾਨੀ ਨੇ ਜਾਂ ਗੈਂਗਸਟਰ ਨੇ। ਸੋ ਇਹ ਗੱਲ ਕਹਿ ਦੇਣਾ ਕਿ ਵਿਦੇਸ਼ ਵਿੱਚ ਬੈਠੇ ਨੇ, ਇਹ ਕੋਈ ਗਰਾਊਂਡ ਨਹੀਂ ਹੈ ਕ੍ਰਾਈਮ ਤੋਂ ਬਚਣ ਲਈ। ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂ। ਬ੍ਰੇਕ ਤੋਂ ਬਾਅਦ ਅਸੀਂ ਆਖਰੀ ਇਸ ਵਿੱਚ ਹੋਵਾਂਗੇ। ਅਸੀਂ ਆਖਰੀ ਕਮੈਂਟ ਸਾਰੇ ਮਹਿਮਾਨਾਂ ਦਾ ਲਵਾਂਗੇ ਕਿ ਬਾਤ ਜਾਣਗੇ ਬਾਦਲ ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਤੁਹਾਡੇ ਸਾਹਮਣੇ ਪੁੱਛ ਰਹੇ ਹਾਂ, ਕੋਟਪੂਰਾ ਗੋਲੀकांड 'ਚ ਬਾਦਲਾਂ ਦੀ ਅਗਾਊਂ ਜ਼ਮਾਨਤ ਤੇ ਸਿਆਸਤ ਕਿਉਂ ਤਪੀ? ਰਮਨ ਚਾਂਦੀ, ਕੁੰਵਰ ਵਿਜੇ ਪ੍ਰਤਾਪ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਹੈ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੋਂ ਬਾਹਰ ਹੈ? ਰਮਨ ਚਾਂਦੀ ਕੇਪੀ ਜੀ ਦੇਖੋ, ਕੋਈ ਅੱਜ ਤਾਂ ਉਹ ਪੰਜਾਬ ਸਰਕਾਰ ਦਾ ਹਿੱਸਾ ਨੇ, ਕੋਈ ਪੰਜਾਬ ਸਰਕਾਰ ਤੋਂ ਬਾਹਰ ਨਹੀਂ ਹੈ। ਕੋਈ ਵੀ ਵਿਅਕਤੀ, ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਜੀ ਹੋਣ। ਲੇਕਿਨ ਮੁੱਦਾ ਇਹ ਹੈ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ ਉਹ ਸਿੱਟ ਦੇ ਹਿੱਸਾ ਸਨ, ਔਰ ਉਸ ਦੇ ਬਾਵਜੂਦ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਸੀ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੋ ਮੈਂ ਐਸਆਈਟੀ ਦੀ ਰਿਪੋਰਟ ਪੇਸ਼ ਕੀਤੀ, ਉਸ ਰਿਪੋਰਟ ਨੂੰ ਪੂਰੀ ਤਰ੍ਹਾਂ, ਜਿਹੜਾ ਸਾਈਨਾਂ ਦਾ ਮਸਲਾ ਜੋ ਮੈਂ ਕਹਿਣਾ ਚਾਹੁੰਦਾ ਕਿ ਹਾਈ ਕੋਰਟ ਨੇ ਆਬਜੈਕਸ਼ਨ ਲਾਇਆ ਕਿ ਪੂਰੀ ਤਿੰਨਾਂ ਦੇ ਤਿੰਨ ਮੈਂਬਰਾਂ ਦੇ ਸਾਈਨ ਨਹੀਂ ਹੈ। ਇਹ ਵੀ ਸਰਕਾਰ, ਉਸ ਸਮੇਂ ਦੀਆਂ ਸਰਕਾਰਾਂ ਦੀਆਂ ਚਾਲਾਂ ਸੀ ਕਿ ਕਿਤੇ ਨਾ ਕਿਤੇ ਕੋਈ ਕਮੀ ਛੱਡੀ ਜਾਵੇ। ਇਸ ਰਿਪੋਰਟ ਨਾਲ ਆਹ ਬੰਦਾ ਫਸਦਾ, ਇਸ ਰਿਪੋਰਟ ਨਾਲ ਆਹ ਬੰਦਾ ਫਸਦਾ। ਉਸ ਦੀ ਤਰਜੀਹ ਤੇ ਉਹ ਕਹਿਣਾ ਚਾਹੁੰਦੇ ਸੀ ਕਿ ਮੈਂ ਜੋ ਰਿਪੋਰਟ ਤਿਆਰ ਕਰੀ ਹੈ ਬਿਲਕੁਲ ਜੈਨੂਇਨ ਇਮਾਨਦਾਰੀ ਨਾਲ ਕਰੀ ਹੈ, ਇਸੇ ਕਰਕੇ ਕਿ ਕੋਈ ਹੋਰ ਵਿਰੋਧੀ ਇਹਨਾਂ ਗੱਲਾਂ ਚੀਜ਼ਾਂ ਨੂੰ ਨਾ ਉਠਾ ਸਕੇ, ਕਿਉਂਕਿ ਹੁਣ ਨਾ ਤਾਂ ਸਟੇਟ ਦਾ ਹਿੱਸਾ ਨੇ, ਉਹ ਤਾਂ ਪੋਲੀਟੀਕਲ ਵਿਅਕਤੀ ਨੇ। ਰਮਨ ਚਾਂਦੀ ਮੇਰੀ ਇੱਕ ਤਕੀਦ ਹੈ। ਬਾਈਬਲ ਕਲਾ ਮੋਰਚੇ ਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਭਾਸ਼ਣ ਸੁਣ ਲਿਓ ਤੇ ਸਦਨ ਵਿੱਚ ਜਿਹੜੀਆਂ ਟਿੱਪਣੀਆਂ ਕੀਤੀਆਂ ਉਹ ਜ਼ਰੂਰ ਸੁਣਿਓ ਤੁਸੀਂ। ਜਗਮੀਤ ਸਿੰਘ ਢਿੱਲੋਂ, ਕੁੰਵਰ ਵਿਜੇ ਪ੍ਰਤਾਪ ਦਾ ਰੋਲ ਤੁਹਾਨੂੰ ਕੀ ਲੱਗਦਾ ਹੈ? ਜਗਮੀਤ ਸਿੰਘ ਢਿੱਲੋਂ, ਕੁੰਵਰ ਵਿਜੇ ਪ੍ਰਤਾਪ ਨੇ ਉਦੋਂ ਜਦੋਂ ਇਸ ਪੂਰੀ ਇਨਵੈਸਟੀਗੇਸ਼ਨ ਦਾ ਪਾਰਟ ਸੀਗੇ, ਉਦੋਂ ਤੁਹਾਡਾ ਰੋਲ ਉਹਨਾਂ ਨੂੰ ਕਿਵੇਂ ਲੱਗਦਾ ਪਿਆ ਸੀਗਾ? ਕਿਉਂਕਿ ਉਹਨਾਂ ਨੇ ਤੁਹਾਡੀ ਸਰਕਾਰ ਤੇ ਸਵਾਲ ਚੁੱਕੇ ਤੇ ਤੁਹਾਡੀ ਸਰਕਾਰ ਨੇ ਕੁੰਵਰ ਵਿਜੇ ਪ੍ਰਤਾਪ ਤੇ ਸਵਾਲ ਚੁੱਕੇ ਹੈ। ਜਗਮੀਤ ਸਿੰਘ ਢਿੱਲੋਂ ਜੀ ਦੇਖੋ, ਕੇਪੀਜੀ ਉਸ ਸਮੇਂ ਕਾਂਗਰਸ ਦੀ ਸਰਕਾਰ ਵੱਲੋਂ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਫ੍ਰੀ ਹੈਂਡ ਦਿੱਤਾ ਗਿਆ ਸੀ। ਜੋ ਉਹਨਾਂ ਨੇ ਰਿਪੋਰਟ ਬਣਾਈ ਸੀ ਉਹੀ ਮਾਣਯੋਗ
ਹਾਈ ਕੋਰਟ ਵਿੱਚ ਪਹੁੰਚੀ। ਬਟ ਉਸ ਸਮੇਂ ਵੀ ਅਸੀਂ ਕਿਹਾ ਸੀ ਤੇ ਅੱਜ ਵੀ ਕਹੇ ਸੀ ਕਿ ਕਿਤੇ ਨਾ ਕਿਤੇ ਉਸ ਰਿਪੋਰਟ ਵਿੱਚ ਲੂਪ ਹੋਲਸ ਰਹੇ। ਕੁੰਵਰ ਵਿਜੇ ਪ੍ਰਤਾਪ ਜੀ ਨੇ ਕਿਤੇ ਨਾ ਕਿਤੇ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ, ਆਪਣੇ ਸਾਥੀ ਜਿਹੜੇ ਐਸਆਈਟੀ ਦੇ ਹੋਰ ਅਫਸਰ ਸਨ ਉਹਨਾਂ ਦਾ ਸਹਿਯੋਗ ਨਹੀਂ ਲਿਆ ਗਿਆ। ਆਪਣੀ ਥੋੜੀ ਜੀ ਮਰਜ਼ੀ ਦੇ ਨਾਲ ਉਹਨਾਂ ਨੇ ਜਿਹੜੀ ਰਿਪੋਰਟ ਪੇਸ਼ ਕਰ ਦਿੱਤੀ, ਉਹਦੇ ਕਰਕੇ ਜਿਹੜੀ ਉਹ ਰਿਪੋਰਟ ਮੁੱਦੇ ਮੂੰਹ ਪੈ ਗਈ। ਅਗਰ ਉਸ ਸਮੇਂ ਹੋ ਸਕਦਾ ਸੀ ਥੋੜੀ ਜਲਦਬਾਜ਼ੀ ਨਾ ਕੀਤੀ ਗਈ ਹੁੰਦੀ ਤਾਂ ਅੱਜ ਰਿਜ਼ਲਟ ਹੋਰ ਹੁੰਦੇ, ਕਿਉਂਕਿ ਸਾਡੀ ਕਾਂਗਰਸ ਦੀ ਸਰਕਾਰ ਵੀ ਇਹੀ ਚਾਹੁੰਦੀ ਸੀ ਕਿ ਇਸ ਦਾ ਰਿਜ਼ਲਟ ਨਿਕਲੇ, ਕਿਉਂਕਿ ਇਸ ਦਾ ਨੁਕਸਾਨ ਤਾਂ ਸਾਨੂੰ ਵੀ ਹੋਇਆ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ। ਸੋ ਇਹ ਗੱਲ ਕਹਿ ਦੇਣਾ ਤੇ ਅੱਜ ਜਿਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਇਸ ਮੁੱਦੇ ਤੇ ਸ਼ਾਮਿਲ ਕਰਵਾਇਆ ਉਹਨਾਂ ਨੇ ਤਾਂ ਨੁਕਰੇ ਬਿਠਾਇਆ ਹੋਇਆ ਹੈ ਤੇ ਉਹਨਾਂ ਨੂੰ ਇਸ ਗੱਲ ਦੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ। ਠੀਕ ਹੈ ਚੰਨੀ ਸਾਹਿਬ, ਕੁੰਵਰ ਵਿਜੇ ਪ੍ਰਤਾਪ ਤੇ ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਲੱਗਦਾ ਚੰਨੀ ਸਾਹਿਬ? ਹੁਣ ਤਾਂ ਪੋਲੀਟੀਸ਼ੀਅਨ ਬਣ ਗਏ ਉਹ। ਦੇਖੋ ਕੁੰਵਰ ਵਿਜੇ ਪ੍ਰਤਾਪ ਪਰ ਇੱਕ ਗੱਲ ਤਾਂ ਲੋਕੀ ਸਾਰੇ ਕਹਿੰਦੇ ਆ ਵੀ ਉਹ ਇੱਕ ਇਮਾਨਦਾਰ ਅਫਸਰ ਹੈ ਤੇ ਸਟ੍ਰਿਕਟ ਅਫਸਰ ਹੈ, ਪਰ ਹੁਣ ਕਹਾਣੀ ਹੈ ਵੀ ਉਹ ਦਰਿਆਮ ਇਲਜ਼ਾਮ ਲਾ ਰਹੇ ਨੇ ਕਿ ਕਾਂਗਰਸ ਦੀ ਸਰਕਾਰ ਵੇਲੇ ਮੇਰੀ ਜਿਹੜੀ ਰਿਪੋਰਟ ਸੀ ਉਹਨੂੰ ਵਕੀਲਾਂ ਨੇ ਜਾਣਬੁੱਝ ਕੇ ਰੱਦ ਕਰਵਾਇਆ। ਇਹ ਹੁਣ ਅਸਲੀਅਤ ਉਹ ਜਾਣਦੇ ਨੇ ਜਾਂ ਵਕੀਲ ਜਾਣਦੇ ਨੇ। ਚੰਨੀ ਸਾਹਿਬ ਵੈਸੇ ਮੈਂ ਚੰਨੀ ਸਾਹਿਬ ਮਾਫ ਕਰਨਾ, ਤੁਸੀਂ ਬੜੇ ਸਿਆਣੇ ਹੋ ਚੰਨੀ ਸਾਹਿਬ, ਪਰ ਅੱਜ ਤੁਸੀਂ ਕਿਸੇ ਵੀ ਮੁੱਦੇ ਤੇ ਕੋਈ ਵੀ ਖੁੱਲ੍ਹ ਕੇ ਕਮੈਂਟ ਕਰਨ ਤੋਂ ਬਚਦੇ ਪਏ, ਪਤਾ ਨਹੀਂ ਮੈਨੂੰ ਕਿਉਂ ਲੱਗਦਾ ਪਿਆ ਚੰਨੀ ਸਾਹਿਬ। ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਨਹੀਂ ਕੀਤਾ। ਚਲੋ ਠੀਕ ਹੈ। ਹਾਂ ਰਮਨ ਚੰਦ ਕੀ ਕਹਿਣਾ ਚਾਹ ਰਹੇ, ਫਟਾਫਟ ਬੋਲਿਓ ਪਲੀਜ਼। ਏਬੀ ਜੀ ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਕਾਂਗਰਸ ਦੇ ਪ੍ਰਵਕਤਾ ਅੱਜ ਕਹਿੰਦੇ ਨੇ ਸ਼ਾਇਦ ਇਹ ਭੁੱਲ ਗਏ ਕਿ ਸਰਕਾਰਾਂ ਦੇ ਅੰਡਰ ਸੀਗੇ ਕੁੰਵਰ ਵਿਜੇ ਪ੍ਰਤਾਪ ਜੀ, ਉਹਨਾਂ ਦੀ ਰਿਪੋਰਟ ਨੂੰ ਉਸ ਤਰੀਕੇ ਨਾਲ ਪੇਸ਼ ਕਰਾਇਆ ਗਿਆ ਜਿਸ ਕਰਕੇ ਉਹਨਾਂ ਦੇ ਅੰਦਰ ਤੜਫਣਾ ਸੀ ਕਿ ਮੈਥੋਂ ਇੰਨੀ ਮਿਹਨਤ ਨਹੀਂ ਕਰਾਈ ਗਈ, ਲੇਕਿਨ ਦੋਸ਼ੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਜੀ ਨੇ ਜੋ ਕੁਝ ਉਹਨਾਂ ਤੋਂ ਕਰਾਇਆ ਇਹ ਵੀ ਜੱਗ ਜ਼ਾਹਰ ਆ। ਇਸੇ ਕਰਕੇ ਅੱਜ ਵੀ ਉਹ ਕਹਿੰਦੇ ਨੇ ਕਿ ਜੋ ਦੋਸ਼ੀ ਸੀ ਲੇਕਿਨ ਇਹਨਾਂ ਨੇ ਰਲ ਮਿਲ ਕੇ ਗੇਮ ਖੇਡੀ। ਮੈਂ ਤਾਂ ਇਹੀ ਦੱਸਣਾ ਚਾਹੁੰਦਾ ਕਿ ਚਲੋ ਠੀਕ ਹੈ, ਉਹਨਾਂ ਨੂੰ ਖੜੇ ਨਾ ਕਰੋ। ਹਾਂ ਪਰਮਵੀਰ ਬੋਲੋ। ਪਰਮਵੀਰ ਦੇਖੋ ਜੀ ਮੈਂ ਇੱਕ ਗੱਲ ਕੇ ਜਵਾਬ ਦੇਣਾ। ਪਹਿਲਾਂ ਜੋ ਸਾਡੇ ਜਿਹੜੇ ਕਾਂਗਰਸ ਦੇ ਪ੍ਰਵਕਤਾ ਨੇ ਉਹਨਾਂ ਨੇ ਇੱਕ ਕਿਹਾ ਜੀ ਵੀ ਬਾਹਰ ਬੈਠ ਕੇ ਅੱਜ ਕੱਲ ਬਹੁਤ ਕੁਝ ਹੋ ਰਿਹਾ, ਤਾਂ ਮੈਂ ਇਹਨਾਂ ਨੂੰ ਦੱਸ ਦਿੰਦਾ ਮੇਰਾ ਵੀਰ ਸ਼ਾਇਦ ਜਿਹੜੀ ਪੁਰਾਣੀ ਹਾਈ ਕੋਰਟ ਦੀ ਰਿਪੋਰਟ ਹੈ ਨਾ ਉਹ ਪੜ੍ਹ ਕੇ ਨਹੀਂ ਆਇਆ। ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਪੂਰੀ ਕਾਲ ਡਿਟੇਲਸ ਦਿੱਤੀਆਂ ਹੋਈਆਂ, 82 ਨੰਬਰ ਪੇਜ ਤੋਂ ਲੈ ਕੇ 85 ਨੰਬਰ ਪੇਜ ਤੱਕ ਸਾਰੀਆਂ ਕਾਲ ਡਿਟੇਲਸ ਦਾ ਵੇਰਵਾ ਹੀ ਹੈ, ਔਰ ਉੱਥੇ ਕਿਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮੋਬਾਈਲ ਨੰਬਰ ਦਾ ਕੋਈ ਜ਼ਿਕਰ ਨਹੀਂ ਹੈ ਔਰ ਨਾ ਕਿਸੇ ਫੋਨ ਦਾ ਜ਼ਿਕਰ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਇਸ ਜਿਹੜਾ ਮਦਭਾਗਾ ਮੈਂ ਕਹਾਂਗਾ ਜਿਹੜਾ ਅਕਾਲੀ ਦਲ ਦੇ ਵੇਲੇ ਜਿਹੜਾ ਇਹ ਐਪੀਸੋਡ ਹੋਇਆ ਬੇਦਬੀਆਂ ਦਾ, ਅੱਜ ਵੀ ਉਹਦੇ ਤੇ ਜਿਹੜੀ ਹੈਗੀ ਓਛੀ ਰਾਜਨੀਤੀ ਕੀਤੀ ਜਾ ਰਹੀ ਹੈ। ਦੇਖੋ ਕਾਂਗਰਸ ਕਹਿ ਰਹੀ ਹੈ ਜੀ ਡੀਆਈਜੀ ਖੱਟੜਾ ਸਾਹਿਬ ਦੀ ਸਿੱਟ ਅਸੀਂ ਬਣਾਈ ਜਿਹੜੀ ਕਿ ਅਕਾਲੀ ਦਲ ਵੇਲੇ ਬਣੀ, ਔਰ ਇਹ ਕਹਿ ਰਹੇ ਹੈ ਜੀ ਹਾਈ ਕੋਰਟ ਨੇ ਜਿਹੜੀ ਸਿੱਟ ਬਣਾਈ ਉਹ ਆਮ ਆਦਮੀ ਪਾਰਟੀ ਕਹਿ ਰਹੀ ਹੈ ਜੀ ਅਸੀਂ ਸਿੱਟ ਬਣਾਈ। ਔਰ ਮੈਂ ਤੁਹਾਨੂੰ ਅੱਜ ਦੱਸ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਡਿਬੇਟ ਹੋਏਗੀ ਨਾ ਉਹ ਹੋਏਗੀ ਇਹਨਾਂ ਦੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੈ, ਔਰ ਉਹਨੇ ਇਸ ਕਰਕੇ ਇਹ ਬਿਆਨ ਦਿੱਤਾ ਹੈ ਕਿਉਂਕਿ ਉਹਨੂੰ ਪਤਾ ਹੈ ਵੀ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਉਹਨੇ ਤਿਆਰ ਕੀਤੀ ਸੀ ਉਹ ਵੀ ਝੂਠ ਦਾ ਬਲੰਦਾ, ਔਰ ਜਿਹੜੀ ਇਹ ਰਿਪੋਰਟ ਹੈ ਇਹ ਵੀ ਝੂਠ ਦਾ ਬਲੰਦਾ। ਸਿਰਫ ਇੱਕ ਆਪਣੀ ਇਮੇਜ ਨੂੰ ਬ੍ਰਾਈਟ ਕਰਨ ਲਈ ਔਰ ਗੰਦੀ ਰਾਜਨੀਤੀ ਦਾ ਪਾਠ ਕਰਨ ਲਈ ਉਹਨਾਂ ਨੇ ਇਹ ਬਿਆਨ ਦਿੱਤਾ ਕਿਉਂਕਿ ਉਹਨੂੰ ਪਤਾ ਹੈ ਵੀ ਜਿਹੜਾ ਉਹ ਐਲੀਗੇਸ਼ਨ ਇਹ ਲਾਇਆ ਜਾ ਰਿਹਾ ਹੈ ਸੱਚਾਈ ਤੋਂ ਕੋਹ ਦੂਰ ਹੈ। ਚਲੋ ਠੀਕ ਹੈ। ਗੁਰਿੰਦਰ ਸਿੰਘ ਮਹਿੰਦੀ ਰਤਾ, ਕੁੰਵਰ ਵਿਜੇ ਪ੍ਰਤਾਪ ਤੇ ਆ ਕੇ ਗੱਲ ਟਿਕਦੀ ਪਈ ਹੈ, ਬੋਲੋ ਫਟਾਫਟ ਲਾਸਟ ਕਮੈਂਟ। ਕੇਪੀ ਸਿੰਘ ਜੀ ਤੁਹਾਡੀ ਗੱਲ ਮੈਂ ਬਾਅਦ ਚ, ਪਹਿਲਾਂ ਮੈਂ ਮੇਰੇ ਵੀਰ ਪਰਮਵੀਰ ਨੂੰ ਪੁੱਛਣਾ ਚਾਹਣਾ, ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਕੀ ਝੂਠ ਦਾ ਪਲੰਦਾ ਸੀ? ਪਰਮਵੀਰ ਜੀ ਜਵਾਬ ਦੇਣਾ ਚਾਹੁੰਦੇ ਹੋ? ਸਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਰਿਪੋਰਟ ਸਰਕਾਰ ਨੇ ਲੈ ਲਈ ਸੀ ਔਰ ਉਸ ਤੋਂ ਬਾਅਦ ਵੀ ਜਿਹੜੀਆਂ ਬਣੀਆਂ ਕਮਿਸ਼ਨਸ ਉਹਨਾਂ ਨੇ ਉਹ ਰਿਪੋਰਟ ਨੂੰ ਕੰਸੀਡਰ ਕੀਤਾ। ਇਹਦਾ ਮਤਲਬ ਅੱਜ ਤੱਕ ਜਿੰਨੀਆਂ ਰਿਪੋਰਟਾਂ ਨੇ ਉਹ ਸਾਰੀਆਂ ਝੂਠ ਦਾ ਪੁਲੰਦਾ ਹੀ ਨੇ ਨਾ, ਇਸੇ ਕਰਕੇ ਤਾਂ ਕੋਰਟਾਂ ਦੇ ਵਿੱਚ ਜਾ ਕੇ ਕਿਤੇ ਖੜਦੀਆਂ ਨਹੀਂ। ਜਿਹੜਾ ਕਮਿਸ਼ਨ ਤੁਸੀਂ ਬਣਾਇਆ ਸੀਗਾ ਪਰਮਵੀਰ, ਉਹ ਝੂਠ ਦਾ ਪਲੰਦਾ ਬਣਾ ਕੇ ਲੈ ਕੇ ਆਏ ਸੀ ਤੁਹਾਡੇ ਕੋਲੇ? ਸਰ ਮੈਂ ਨਹੀਂ ਕਹਿ ਰਿਹਾ, ਇਹ ਕਹਿ ਰਹੇ ਨੇ, ਮੈਂ ਇਹਨਾਂ ਦਾ ਜਵਾਬ ਦੇ ਰਿਹਾ। ਹਾਂ ਮਹਿੰਦੀ ਰਤਾ ਲਾਸਟ ਕਮੈਂਟ ਸਰਕਾਰ ਨੇ ਲੈ ਲਈ। ਠੀਕ ਹੈ ਮਹਿੰਦੀ ਰਤਾ ਲਾਸਟ ਕਮੈਂਟ ਕੁੰਵਰ ਵਿਜੇ ਪ੍ਰਤਾਪ ਬਾਰੇ। ਪਰਮਵੀਰ ਜੀ ਪਲੀਜ਼ ਉਹਨਾਂ ਨੂੰ ਜਵਾਬ ਦਿਓ ਵੀ ਜਸਟਿਸ ਜੋਰਾ ਸਿੰਘ ਕਮਿਸ਼ਨ ਦਾ ਜਿਹੜੀ ਜਾਂਚ ਰਿਪੋਰਟ ਸਰ ਜਿਹੜੀ ਉਹਨਾਂ ਦੀ ਰਿਪੋਰਟ ਸੀ ਉਹ ਸਰਕਾਰ ਨੇ ਕੰਸੀਡਰ ਕਰ ਲਈ ਸੀ। ਉਸ ਤੋਂ ਬਾਅਦ ਸਰਕਾਰ ਚੇਂਜ ਹੋ ਗਈ ਸੀ, ਅਗਲੀ ਸਰਕਾਰ ਨੇ ਜੋ ਉਹਦੇ ਤੇ ਕਾਰਵਾਈ ਕਰਨੀ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਸਿੱਟਾਂ ਬਣਾਈਆਂ, ਉਹਦੀਆਂ ਰਿਪੋਰਟਾਂ ਦਿੱਤੀਆਂ ਹਾਈ ਕੋਰਟ ਦੇ ਵਿੱਚ, ਔਰ ਉਹ ਜਿਹੜੀਆਂ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਉਹ ਝੂਠ ਦਾ ਪਲੰਦਾ ਸੀ ਔਰ ਹਾਈ ਕੋਰਟ ਨੇ 9/4/21 ਨੂੰ ਉਹਦੇ ਨੂੰ ਟੈਟੇਰੀ ਕਰਤਾ ਸੀ ਜੀ। ਗ੍ਰੰਥ ਮਹਿੰਦੀ ਰਤਾ ਤੁਸੀਂ ਆਈਜੀ ਇਕਬਾਲਪ੍ਰੀਤ ਸਿੰਘ ਸੋਤਾ ਜਿਹੜੇ ਅੱਜ ਕੱਲ੍ਹ ਡੀਜੀਪੀ ਨੇ ਉਹਨਾਂ ਦੀ ਅਗਵਾਈ 'ਚ ਇੱਕ ਐਸਆਈਟੀ ਦਾ ਗਠਨ ਕੀਤਾ ਸੀ, ਕਿ ਉਹਨਾਂ ਨੇ ਜਿਹੜੀ ਜਾਂਚ ਰਿਪੋਰਟ ਦਿੱਤੀ ਸੀ ਉਹ ਝੂਠ ਦਾ ਪਲੰਦਾ ਸੀ?
ਸਰ ਮੈਂ ਕਹਿ ਰਿਹਾ ਜੀ ਉਹ ਸਰਕਾਰ ਨੇ ਕੰਸੀਡਰ ਕਰ ਲਿਆ ਸੀ, ਉਸ ਤੋਂ ਬਾਅਦ ਨਹੀਂ, ਸਰਕਾਰ ਸੁਣੋ, ਚੇਂਜ ਹੋ ਗਈ ਸੀ। ਸੁਣੋ, ਤੁਸੀਂ ਗੁੱਸਾ ਨਾ ਕਰੋ, ਆਪਾਂ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਲੋਕ ਸੁਣ ਰਹੇ ਨੇ, ਦੇਖ ਰਹੇ ਨੇ। ਇਹ ਜੀ ਮਹਿੰਦੀ ਰੱਤਾ ਸਾਹਿਬ, ਕੋਰਟ ਦੇ ਵਿੱਚ ਮੈਟਰ ਸਬਸਿਡਿਸ ਹੈ। ਅਗਰ ਤੁਹਾਡੇ ਕੋਲ ਇੰਨਾ ਐਵੀਡੈਂਸ ਹੈ, ਮੈਂ ਬੇਨਤੀ ਕਰਾਂਗਾ ਵੀ ਤੁਸੀਂ ਕੋਰਟ ਦੇ ਵਿੱਚ ਆ ਕੇ ਐਜ਼ ਅ ਵਿਟਨੈਸ ਆਓ। ਆਪਾਂ ਇਹਨੂੰ ਮੀਡੀਆ ਟ੍ਰਾਇਲ ਨਾ ਆਪਾਂ ਇਹਨੂੰ ਧਿਆਨ ਨਾ ਹਟਾਓ, ਧਿਆਨ ਨਾ ਹਟਾਓ। ਮੈਂ ਦੱਸਦਾ 14 ਅਕਤੂਬਰ ਦੀ ਘਟਨਾ ਹੁਣ ਸੁਣੋ ਪਲੀਜ਼। ਪਰਮਵੀਰ, ਮੈਂ ਤੁਹਾਡੀ ਸਾਰੀ ਗੱਲ ਸੁਣੀ, ਹੁਣ ਸੁਣੋ ਪਲੀਜ਼। ਸੁਣਨ ਦੀ ਆਦਤ ਪਾਓ ਪਲੀਜ਼, ਬਰਦਾਸ਼ਤ ਕਰਨਾ ਸਿੱਖੋ। परमवीर जी सुन लो, परमवीर जी सुन लो, एक मिनट आप खत्म करिए फिर चर्चा। सुन लो परमवीर एक मिनट सुन लो ना, चर्चा खत्म करनी है। आप सुन ली, आप एक मिनट परमवीर सुन ली एक मिनट। हाँ जल्दी बोलिए। मैं 14 ਅਕਤੂਬਰ ਨੂੰ ਬੱਤੀਆਂ ਵਾਲਾ ਚੌਂਕ ਕੋਟਪੁਰਾ परमवीर जी ਇੱਥੇ ਕੋਈ ਮੀਡੀਆ ਟ੍ਰਾਇਲ ਨਹੀਂ ਹੋ ਰਿਹਾ ਸਰ। ਮੈਂ ਕੋਈ ਮੀਡੀਆ ਟ੍ਰਾਇਲ ਕਰਨ ਵਾਸਤੇ ਨਹੀਂ ਬੈਠਾ ਸਰ। ਆਪਾਂ ਸੁਣਨ ਨਹੀਂ ਜਾ ਰਹੇ ਇੱਕ ਦੂਜੇ ਨੂੰ, ਆਪਾਂ ਕੀ ਕਰਦੇ ਪਏ ਸੁਣ ਨਹੀਂ ਰਹੇ ਤਾਂ ਤੁਸੀਂ ਬਹਿਸ ਤੋਂ ਭੱਜ ਰਹੇ ਹੋ। ਕੋਟਾ ਤੇ ਰਹਿਣ ਦੀਏ परमवीर जी चलो मेरे को वक्त होने नहीं है। मेहंदी रत्ता जल्दी गल मुकाइयो फटाफट प्लीज, 30 सेकंड। 21 अक्तूबर ਨੂੰ ਆਈਜੀ ਇਕਬਾਲਪ੍ਰੀਤ ਸਿੰਘ ਸੋਤਾ ਦੀ ਅਗਵਾਈ ਵਾਲੀ ਐਸਆਈਟੀ ਉਹ ਕਹਿੰਦੀ ਆ ਪੁਲਿਸ ਦੋਸ਼ੀ ਹੈ। ਮੈਨੂੰ ਲੱਗਦਾ ਨਹੀਂ ਸੁਣਨਾ ਤੁਸੀਂ ਇੱਕ ਦੂਜੇ ਨੂੰ। ਚਲੋ ਮੈਨੂੰ ਲੱਗਦਾ ਨਹੀਂ, ਮਹਿੰਦੀ ਰੱਤਾ ਜੀ ਮਾਫ ਕਰਨਾ, ਮਹਿੰਦੀ ਰੱਤਾ ਜੀ ਮੈਨੂੰ ਲੱਗਦਾ ਨਹੀਂ ਅਸੀਂ ਇੱਕ ਦੂਜੇ ਨੂੰ ਸੁਣ ਪਾਵਾਂਗੇ। ਲੋਕ ਸਭਾ ਚ ਰਿਹਾ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ। ਚਲੋ ਬਹੁਤ ਧੰਨਵਾਦ ਮਹਿੰਦੀ ਰੱਤਾ ਜੀ ਤੁਹਾਡਾ। ਮੇਰੇ ਕੋਲ ਵਕਤ ਹੋਣੇ ਨਹੀਂ ਹੈ। ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਪਰਮਵੀਰ ਤੁਹਾਡਾ ਬਹੁਤ ਧੰਨਵਾਦ। ਵੈਸੇ ਸੁਣਨਾ ਚਾਹੀਦਾ ਸੀ ਸਾਨੂੰ ਇੱਕ ਦੂਜੇ ਨੂੰ, ਪਰ ਅਸੀਂ ਸੁਣਦੇ ਨਹੀਂ ਪਏਗੇ ਕਿਉਂਕਿ ਮਸਲਾ ਬਹੁਤ ਗੰਭੀਰ ਹੈ। ਜਗਮੀਤ ਸੱਟੇ ਤੁਹਾਡਾ ਬਹੁਤ ਧੰਨਵਾਦ, ਰਮਨ ਚਾਂਦੀ ਤੁਹਾਡਾ ਬਹੁਤ ਧੰਨਵਾਦ। ਇਹ ਡਿਬੇਟ ਤੁਸੀਂ ਸੁਣੀ ਹੈ, ਡਿਬੇਟ ਦੇ ਵਿੱਚ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਬਾਦਲ ਬਚਣਗੇ ਜਾਂ ਨਹੀਂ। ਇਹ ਸਵਾਲ ਨਹੀਂ ਹੈਗਾ, ਸਵਾਲ ਇਹ ਹੈਗਾ ਕਿ ਇਸ ਮੁੱਦੇ ਜਿਹੜੀ ਸਿਆਸਤ ਹੋ ਰਹੀ ਹੈ ਉਹ ਸਿਆਸਤ ਇਸ ਮੁੱਦੇ ਨੂੰ ਲਿਜਾ ਕਿੱਧਰ ਰਹੀ ਹੈ। ਸਵਾਲ ਇਹੀ ਹੈ। ਵਾਪਸ ਆ ਰਹੇ ਆ ਕਿਸੇ ਹੋਰ ਮੁੱਦੇ ਦੇ ਨਾਲ, ਕਿਉਂਕਿ ਇਸ ਮੁੱਦੇ ਤੋਂ ਬਾਅਦ ਅਗਲਾ ਮੁੱਦਾ ਜਿਹੜਾ ਉਹ ਕਹਿੰਦੇ ਕੁੰਵਰ ਵਿਜੇ ਪ੍ਰਤਾਪ ਦਾ ਸਾਡੇ ਸਾਹਮਣੇ ਆਊਗਾ। ਪਤਾ ਨਹੀਂ ਇਹ ਸਿਆਸਤ ਕਿੱਥੋਂ ਲਿਆਉਂਦੀ ਹੈ। ਬਹੁਤ ਧੰਨਵਾਦ।